ਵਾਹਿਗੁਰੂ। सतनाम वाहिगुरु, 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 सतनाम वाहिगुरु। वाहिगुरु जी का खालसा, वाहिगुरु जी की फतेह। जुड़ चुकी सारी संगत का बहुत बहुत धन्यवाद। ਆਪਾਂ इस विशेष गुरबाणी संथिया की क्लास ਦੇ ਵਿੱਚ ਹੁਣ तक ਆਪਾਂ 15 ਪੌੜੀਆਂ ਜਪਜੀ ਸਾਹਿਬ ਦੀਆਂ ਸੰਥਿਆ ਅਤੇ ਵਿਚਾਰ ਦੇ ਰੂਪ ਦੇ ਵਿੱਚ ਆਪ ਸੰਗਤ ਨੇ ਸਰਵਣ ਕਰ ਲਈਆਂ ਹਨ। ਹੁਣ ਆਪਾਂ ਅੱਜ ਜੋ 16ਵੀਂ ਪੌੜੀ ਹੈ ਪੰਚ ਪ੍ਰਵਾਨ ਵਾਲੀ, ਇਸ ਪੌੜੀ ਦੀ ਆਪਾਂ ਆਰੰਭਤਾ ਕਰਨੀ ਹੈ। ਸੋ 1-2 ਮਿੰਟ ਦੇ ਵਿੱਚ ਹੀ ਆਪਾਂ ਇਸ ਪੌੜੀ ਦੀ ਆਰੰਭਤਾ ਕਰਦੇ ਹਾਂ ਜੀ, ਕਿਉਂਕਿ ਸੰਗਤ ਜਿਹੜੀ ਹੈ ਉਹ ਜੁੜ ਜਾਵੇ ਤੇ ਫਿਰ ਆਪਾਂ ਇਸ ਪੌੜੀ ਦੀ ਆਰੰਭਤਾ ਕਰਦੇ ਹਾਂ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਕੱਲ ਜਪਜੀ ਸਾਹਿਬ ਦੀ 15ਵੀਂ ਪੌੜੀ ਤੱਕ ਜੋ ਸਤਿਗੁਰਾਂ ਨੇ ਸਮਤ ਬਖਸ਼ੀ ਉਹਦੇ ਅਨੁਸਾਰ ਹੀ ਆਪਾਂ ਜਪਜੀ ਸਾਹਿਬ ਨੂੰ ਸਮਝਣ ਦੀ ਇੱਕ ਕੋਸ਼ਿਸ਼ ਕੀਤੀ ਹੈ, ਨਾਲ ਹੀ ਆਪਾਂ ਸੰਥਿਆ ਵਿਚਾਰੀ ਹੈ। ਅੱਜ ਆਪਾਂ 16ਵੀਂ ਪੌੜੀ ਪੰਚ ਪ੍ਰਵਾਨ ਵਾਲੀ ਪੌੜੀ ਦੀ ਆਰੰਭਤਾ ਕਰਨੀ ਹੈ। ਸੋ ਆਪ ਜੀ ਜੁੜ ਚੁੱਕੇ ਹੋ ਇਸ 6:30 ਵਾਲੀ ਸੰਥਿਆ ਦੀ ਕਲਾਸ ਦੇ ਵਿੱਚ। ਸੋ ਆਓ ਆਪਾਂ ਆਰੰਭਤਾ ਕਰਦੇ ਹਾਂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਇਸ ਪਾਵਨ ਪੌੜੀ ਦੇ ਅੰਦਰ ਉਹਨਾਂ ਮਨੁੱਖਾਂ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਮੰਨਿਆ ਤੇ ਮੰਨ ਕੇ ਜੀਵਨ ਦੇ ਵਿੱਚ ਧਾਰਨ ਕੀਤਾ। ਉਹਨਾਂ ਦੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਪੰਚ ਪ੍ਰਵਾਨ, ਪੰਚ ਪ੍ਰਧਾਨ। ਪ੍ਰਵਾਨ ਨਾਣਾ ਬੋਲਣਾ ਹੈ ਜੀ ਇੱਥੇ, ਪ੍ਰਧਾਨ ਧੱਦਾ ਬੋਲਣਾ ਹੈ, ਪ੍ਰਧਾਨ ਨਹੀਂ ਬੋਲਣਾ, ਦੱਦਾ ਨਹੀਂ ਬੋਲਣਾ, ਪ੍ਰਧਾਨ।
ਪ੍ਰਵਾਨ ਨਾਣਾ, ਪ੍ਰਵਾਨ ਨੰਨਾ, ਪ੍ਰਵਾਨ ਨਾਣਾ, ਨਾਣਾ ਬੋਲਣਾ ਆਪਾਂ। ਪੰਚ ਪ੍ਰਵਾਨ, ਪੰਚ ਪ੍ਰਧਾਨ। ਪੰਚ ਕੌਣ ਹਨ? ਉਹ ਮਨੁੱਖ ਜਿਨ੍ਹਾਂ ਨੇ ਨਾਮ ਨੂੰ ਸੁਣਿਆ ਤੇ ਮੰਨਿਆ, ਜਿਨ੍ਹਾਂ ਦੀ ਸੁਰਤ ਨਾਮ ਦੇ ਵਿੱਚ ਹਮੇਸ਼ਾ ਜੁੜੀ ਰਹਿੰਦੀ ਹੈ, ਉਹਨਾਂ ਨੂੰ ਇੱਥੇ ਪੰਚ ਕਿਹਾ ਗਿਆ। ਪੰਚ ਪ੍ਰਵਾਨ, ਪੰਚ ਪ੍ਰਧਾਨ। ਉਹ ਮਨੁੱਖ ਹੀ ਗੁਰੂ ਦੇ ਦਰ ਤੇ, ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਪੈਂਦੇ ਆ, ਜਿਹੜੇ ਨਾਮ ਨੂੰ ਸੁਣਦੇ, ਮੰਨਦੇ ਤੇ ਸੁਰਤ ਦੇ ਵਿੱਚ ਟਿਕਾਉਂਦੇ ਆ। ਤੇ ਉਹੀ ਮਨੁੱਖ ਵੱਡੇ ਆਗੂ ਹੁੰਦੇ ਆ, ਉਹੀ ਮਨੁੱਖ ਪ੍ਰਧਾਨ ਜਾਣਿਆ, ਜਿਨ੍ਹਾਂ ਨੇ ਨਾਮ ਨੂੰ ਸੁਣਿਆ, ਮੰਨਿਆ ਤੇ ਫਿਰ ਸੁਰਤ ਦੇ ਵਿੱਚ ਵਸਾਇਆ। ਪੰਚ ਪ੍ਰਵਾਨ, ਪੰਚ ਪ੍ਰਧਾਨ। ਪੰਚੇ ਭਾਵ ਹੈ ਦਰਗਹ ਮਾਨ। ਜਿਹੜੇ ਇਹੀ ਪੰਚ ਜਨ ਹਨ, ਇਹ ਦਰਗਾਹ ਦੇ ਵਿੱਚ, ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਆਦਰ ਮਾਨ ਵਡਿਆਈ ਪਾਉਂਦੇ ਆ, ਜਿਹੜੇ ਨਾਮ ਨੂੰ ਸੁਣ ਕੇ ਨਾਮ ਦਾ ਮੰਨਣ ਕਰਦੇ ਆ, ਜਿਹੜੇ ਪੰਚ ਜਨ ਬਣ ਗਏ। ਪੰਚੇ ਪਾਵਹਿ, ਹਾਹੇ ਨੂੰ ਸਿਹਾਰੀ, ਦਰਗਹ ਮਾਨ, ਦਰਗਹਿ ਨਹੀਂ ਪੜਨਾ, ਦਰਗਹ ਮਾਨ। ਪੰਚੇ ਸੋਹੇ ਦਰ ਰਾਜਾਨ, ਸੋਹੇ ਦਰ ਰਾਜਾਨ। ਰਾਜਾਨ ਰਾਰੇ ਨੂੰ ਕਰਨਾ ਲੱਗਾ ਹੋਇਆ ਹੈ, ਇਹ ਪੜ੍ਹਨਾ ਹੈ ਜੀ। ਸੋਹੇ ਸੋਭਦੇ ਹਨ, ਸੋਹਣੇ ਲੱਗਦੇ ਹਨ ਉਹ ਮਨੁੱਖ ਜਿਹੜੇ ਪੰਚ ਪ੍ਰਵਾਨ, ਪੰਚ ਪ੍ਰਧਾਨ ਹਨ। ਜਿਹੜੇ ਪੰਚ ਮਨੁੱਖ ਬਣ ਗਏ, ਉਹ ਸੋਭਦੇ ਹਨ ਪਰਮਾਤਮਾ ਦੇ ਦਰਬਾਰ ਦੇ ਵਿੱਚ। ਪੰਚੇ ਸੋਹੇ ਦਰ ਰਾਜਾਨ। ਉਹ ਜਨ ਜਿਹੜੇ ਆ ਰਾਜਿਆਂ ਦੇ ਦਰਬਾਰ ਦੇ ਵਿੱਚ ਸ਼ੋਭਾ ਪਾਉਂਦੇ ਆ। ਭਾਵ ਸੰਸਾਰ ਦੇ ਮਾਨ ਥਾਨ ਵਾਲੀ ਜਗ੍ਹਾ ਦੇ ਉੱਤੇ ਉਹਨਾਂ ਦੀ ਵਡਿਆਈ ਹੁੰਦੀ ਹੈ। ਪਿਛਲੀ ਪੰਕਤੀ ਦੇ ਵਿੱਚ ਦਰਗੇ ਮਾਨ ਦੀ ਗੱਲ ਕੀਤੀ ਹੈ, ਤੇ ਪੰਚੇ ਸੋਹੇ ਦਰ ਰਾਜਾਨ ਤੋਂ ਭਾਵ ਸੰਸਾਰ ਦੀ ਮਾਨ ਵਾਲੀਆਂ ਜਗ੍ਹਾ, ਕਿਉਂਕਿ ਜਿਹੜਾ ਰਾਜਾ ਹੁੰਦਾ ਹੈ, ਰਾਜੇ ਦਾ ਦਰਬਾਰ, ਉਸ ਜਗ੍ਹਾ ਦੇ ਉੱਤੇ ਮਾਨ ਸਤਿਕਾਰ ਮਿਲਦਾ ਹੈ ਉਹਨਾਂ ਮਨੁੱਖਾਂ ਨੂੰ। ਭਾਵ ਸੰਸਾਰ ਦੀਆਂ ਜਿਹੜੀਆਂ ਵੱਡੀਆਂ ਜਗ੍ਹਾਵਾਂ ਹਨ, ਜਿਸ ਜਗ੍ਹਾ ਦੇ ਉੱਤੇ ਸੰਸਾਰ ਦੇ ਲੋਕੀ ਮਾਣ ਲੈਣ ਵਾਸਤੇ ਬੜੇ ਤਰ੍ਹਾਂ ਦੇ ਕੌਤਕ ਕਰਦੇ ਆ ਕਿ ਮੇਰੀ ਫਲਾਣੇ ਰਾਜੇ ਨਾਲ, ਮੇਰੀ ਫਲਾਣੇ ਮੰਤਰੀ ਨਾਲ ਬਣਦੀ ਹੈ, ਪਰ ਜਿਹੜੇ ਨਾਮ ਦਾ ਮੰਨਣ ਕਰਦੇ ਆ, ਉਹਨਾਂ ਨੂੰ ਪਹਿਲੀ ਗੱਲ ਤੇ ਲਾਲਸਾ ਹੀ ਨਹੀਂ ਹੁੰਦੀ ਕਿ ਉਹਨਾਂ ਦੀ ਵਡਿਆਈ ਹੋਵੇ। ਪਰ ਜਦੋਂ ਉਹ ਅਜਿਹੇ ਰਾਜਿਆਂ ਦੇ ਦਰਬਾਰ ਤੇ ਜਾਂਦੇ ਆ, ਤੇ ਉੱਥੇ ਉਹਨਾਂ ਦਾ ਬੜਾ ਮਾਣ ਸਤਿਕਾਰ ਹੁੰਦਾ ਹੈ। ਭਾਵ ਸੰਸਾਰ ਦੇ ਵਿੱਚ ਵੀ ਉਹਨਾਂ ਦੀ ਵਡਿਆਈ ਹੁੰਦੀ ਹੈ। ਪੰਚੇ ਸੋਹੇ ਦਰ ਰਾਜਾਨ। ਉਹ ਮਨੁੱਖ ਸੋਹੰਦੇ ਹਨ, ਸੋਹਣੇ ਲੱਗਦੇ ਹਨ ਸੰਸਾਰ ਦੇ ਵਿੱਚ ਵੀ। ਪੰਚਾਂ ਕਾ ਗੁਰ ਏਕ ਧਿਆਨ। ਜਿਹੜਾ ਪੰਚ ਜਨ ਹਨ, ਉਹਨਾਂ ਦੀ ਸੁਰਤ ਦੇ ਵਿੱਚ ਕੇਵਲ ਤੇ ਕੇਵਲ ਇੱਕ ਗੁਰੂ ਦਾ ਨਿਸ਼ਾਨ ਦਿੱਤਾ ਹੋਇਆ ਹੈ। ਪੰਚਾਂ ਕਾ ਗੁਰ ਏਕ ਧਿਆਨ। ਉਹਨਾਂ ਦਾ ਧਿਆਨ, ਉਹਨਾਂ ਦਾ ਨਿਸ਼ਾਨਾ ਜਿਹੜਾ ਇੱਕ ਹੈ, ਜੋ ਗੁਰੂ ਵੱਲੋਂ ਉਹਨਾਂ ਨੂੰ ਬਖਸ਼ਿਸ਼ ਕੀਤਾ ਹੈ, ਅਕਾਲ ਪੁਰਖ ਵੱਲ ਨੂੰ ਜਾਣਾ। ਜੋ ਮਨੁੱਖ ਪੰਚ ਜਨ ਹਨ, ਉਹਨਾਂ ਦਾ ਇੱਕੋ ਹੀ ਨਿਸ਼ਾਨਾ ਹੈ, ਅਕਾਲ ਪੁਰਖ ਦੇ ਵਿੱਚ ਅਭੇਦਤਾ, ਤੇ ਇਹ ਨਿਸ਼ਾਨਾ ਉਹਨਾਂ ਨੂੰ ਬਖਸ਼ਿਸ਼ ਕਿੱਥੋਂ ਆਇਆ? ਗੁਰੂ ਦੇ ਕੋਲੋਂ। ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ। ਜੇ ਕੋਈ ਉਹਨਾਂ ਦੇ ਬਾਰੇ ਬਿਆਨ ਕਰੇ, ਜੇ ਕੋ ਕਹੈ ਕਰੈ ਵਿਚਾਰ। ਕਹੈ, ਕਹੇ ਦੇ ਉੱਤੇ ਵੀ ਦਲਾਵਾਂ, ਰਾਰੇ ਦੇ ਉੱਤੇ, ਕਰੈ ਦੇ ਉੱਤੇ ਵੀ ਦਲਾਵਾਂ। ਜੇ ਕੋਈ ਉਹਨਾਂ ਦੇ ਵਿਚਾਰ ਕਰੇ, ਭਾਵ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰੇ। ਜੇ ਕੋ ਕਹੈ ਕਰੇ ਵਿਚਾਰ, ਭਾਵੇਂ ਉਹਨਾਂ ਦੀ ਵਿਚਾਰ ਕਰ ਲਵੇ, ਉਹਨਾਂ ਦਾ ਕਥਨ ਕਰ ਲਵੇ। ਵਿਚਾਰ ਤੋਂ ਭਾਵ ਕੁਦਰਤ ਦਾ ਲੇਖਾ ਜਿਹੜਾ ਉਹ ਨਹੀਂ ਆ ਸਕਦਾ, ਉਹਦੇ ਵਿਚਾਰ ਜਿਹੜੀ ਆ ਉਹ ਨਹੀਂ ਹੋ ਸਕਦੀ। ਕਿੰਨੇ ਕੁ ਪੰਚ ਪ੍ਰਵਾਨ ਇਸ ਸੰਸਾਰ ਤੇ ਹਨ। ਕਰਤੇ ਕਹਿ ਕਰਨੈ ਨਾਹੀ ਸੁਮਾਰ। ਉਸ ਅਕਾਲ ਪੁਰਖ ਦੀ ਕੁਦਰਤ ਦੇ ਵਿੱਚ ਬੇਸ਼ੁਮਾਰ, ਬੇਅੰਤ ਹਨ ਉਹ ਲੋਕ ਜਿਹੜੇ ਪੰਚ ਪ੍ਰਵਾਨ ਹਨ। ਭਾਵ ਉਹਦੀ ਕੁਦਰਤ ਦਾ ਕੋਈ ਲੇਖਾ ਨਹੀਂ ਪੈ ਸਕਦਾ ਕਿ ਕਿੰਨੇ ਹੀ ਪੰਚ ਪ੍ਰਵਾਨ ਇਸ ਸੰਸਾਰ ਤੇ ਹਨ, ਕਿੰਨੇ ਹੀ ਇਸ ਸੰਸਾਰ ਦੇ ਉੱਤੇ ਨਾਮ ਜਗ ਕੇ ਨਾਮ ਦਾ ਮੰਨਣ ਕਰ ਰਹੇ ਹਨ। ਕਰਤੇ ਕਹਿ ਕਰਨੈ ਨਾਹੀ ਸ਼ੁਮਾਰ।
ਬੇਅੰਤ ਹਨ, ਉਹਨਾਂ ਦਾ ਲੇਖਾ ਜਿਹੜਾ ਉਹ ਨਹੀਂ ਲਿਖਿਆ ਜਾ ਸਕਦਾ। ਸੁਮਾਰ ਦਾ ਅਰਥ ਇੱਥੇ ਹਿਸਾਬ ਕਿਤਾਬ ਜਿਹੜਾ ਲਿਖਾ ਹੈ ਉਹ ਤੋਂ ਹੈ। ਕਰਤੇ ਕੈ ਦਲਾਵਾਂ ਲਾ ਕੇ ਕਰਤੇ ਕੈ ਕਰਨਾ ਨਾਹੀਂ ਸੁਮਾਰ, ਧੌਲ ਧਰਮ ਦਇਆ ਕਾ ਪੂਤ। ਇੱਥੇ ਸ਼ਬਦ ਪੂਤ ਪੜਨਾ ਹੈ, ਭੂਤ ਨਹੀਂ ਪੜਨਾ। ਧੌਲ ਤੋਂ ਅਰਥ ਹੈ ਬਲਦ, ਧਰਮ ਦਇਆ ਕਾ ਪੂਤ। ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਪੁਰਾਣੀ ਇੱਕ ਮਨੌਤ ਸੀ ਕਿ ਜਿਹੜਾ ਇਸ ਧਰਤੀ ਨੂੰ ਕਿਸੇ ਬਲਦ ਨੇ ਆਪਣੇ ਸਿੰਘਾਂ ਦੇ ਉੱਤੇ ਚੁੱਕਿਆ ਹੋਇਆ, ਤੇ ਉਹ ਜਦੋਂ ਹਿੱਲਦਾ ਹੈ ਤੇ ਧਰਤੀ ਦੇ ਉੱਤੇ ਭੁਚਾਲ ਆਉਂਦੇ ਆ। ਇਹ ਸਾਡੀ ਇਸ ਹਿੰਦੁਸਤਾਨ ਦੀ ਇੱਕ ਮਨੌਤ ਸੀ, ਪਰ ਗੁਰੂ ਸਾਹਿਬ ਨੇ ਉਸ ਮਨੌਤ ਨੂੰ ਕੱਟ ਕੇ ਕਿਹਾ ਕਿ ਹਾਂ ਇੱਕ ਬਲਦ ਹੈ, ਪਰ ਉਹ ਬਲਦ ਕਿਹੜਾ ਹੈ? ਧਰਮ, ਜਿਹੜਾ ਦਇਆ ਦਾ ਪੁੱਤਰ ਹੈ। ਭਾਵ ਸੰਸਾਰ ਨੂੰ ਧਰਮ ਚਲਾ ਰਿਹਾ ਹੈ। ਜੋ ਮਨੁੱਖ ਇੱਕ ਦੂਸਰੇ ਦੇ ਉੱਤੇ, ਜੋ ਜੀਵਾਂ ਦੇ ਉੱਤੇ ਦਇਆ ਕਰਨ ਵਾਲੇ ਮਨੁੱਖ ਹਨ, ਉਹ ਸੱਚੇ ਧਰਮੀ ਹਨ, ਤੇ ਉਹਨਾਂ ਦੇ ਨਾਲ ਹੀ ਸੰਸਾਰ ਦਾ ਇਹ ਜਿਹੜਾ ਕਾਰ ਵਿਹਾਰ ਚੱਲ ਰਿਹਾ ਹੈ। ਪੁਰਾਣੀ ਮਨੌਤ ਸੀ ਕਿ ਬਲਦ ਨੇ ਸਿੰਘਾਂ ਦੇ ਉੱਤੇ ਇਸ ਧਰਤੀ ਨੂੰ ਚੁੱਕਿਆ। ਜੇ ਪੁੱਛੀਏ ਕਿ ਉਹ ਬਲਦ ਕਿਸ ਜਗ੍ਹਾ ਦੇ ਉੱਤੇ ਖੜਾ, ਤੇ ਉਹ ਕਹਿੰਦੇ ਸੀ ਕਿ ਹੇਠਾਂ ਇੱਕ ਹੋਰ ਧਰਤੀ, ਉਸ ਧਰਤੀ ਦੇ ਉੱਤੇ ਬਲਦ ਖੜਾ। ਤੇ ਜੇ ਕਹੀਏ ਉਸ ਧਰਤੀ ਨੂੰ ਕਿਹਨੇ ਚੁੱਕਿਆ, ਉਹ ਕਹਿੰਦੇ ਫਿਰ ਅੱਗੇ ਹੋਰ ਬਲਦ। ਇਸ ਤਰ੍ਹਾਂ ਕਰਕੇ ਹੇਠਾਂ ਦੀ ਹੇਠਾਂ ਪਤਾ ਨਹੀਂ ਕਿੰਨੇ ਕੁ ਬਲਦ ਤੇ ਕਿੰਨੀਆਂ ਕੁ ਧਰਤੀਆਂ ਉਹ ਗਿਣ ਜਾਂਦੇ ਸੀ, ਪਰ ਅਖੀਰ ਨੂੰ ਕਿੱਥੇ ਜਾ ਕੇ ਗੱਲ ਖਤਮ ਹੋਣੀ ਹੈ, ਸਮਝ ਹੀ ਨਹੀਂ ਸੀ। ਇਸ ਕਰਕੇ ਸਤਿਗੁਰਾਂ ਨੇ ਗੱਲ ਮੁਕਾ ਦਿੱਤੀ ਕਿ ਹਾਂ ਇਹ ਧਰਤੀ ਖੜੀ ਜ਼ਰੂਰ ਹੋਈ ਆ, ਪਰ ਕਿਹਦੇ ਸਹਾਰੇ? ਧਰਮ ਦੇ ਸਹਾਰੇ। ਤੇ ਧਰਮ ਕਿੱਥੋਂ ਪੈਦਾ ਹੁੰਦਾ ਹੈ? ਦਇਆ ਦੇ ਵਿੱਚੋਂ। ਜਿਹੜਾ ਮਨੁੱਖ ਜੀਵਾਂ ਦੇ ਉੱਤੇ ਦਇਆ ਕਰਦਾ ਹੈ, ਆਪਣੇ ਜੀ ਦੇ ਉੱਤੇ ਦਇਆ ਕਰਦਾ ਹੈ, ਭਾਵ ਜਿਹੜਾ ਨਾਮ ਸਿਮਰਨ ਕਰਦਾ ਹੈ, ਉਸ ਦੇ ਨਾਲ ਹੀ ਇਹ ਜਿਹੜੀ ਧਰਤੀ ਖੜੀ ਹੋਈ ਹੈ। ਭਾਵ ਧਰਤੀ ਦਾ ਸਹਾਰਾ ਧਰਮ ਹੈ। ਤੇ ਧਰਮ ਕਿੱਥੋਂ ਪੈਦਾ ਹੁੰਦਾ ਹੈ? ਜਦੋਂ ਜੀਵ ਦਇਆ ਕਰਦਾ ਹੈ ਆਪਣੇ ਉੱਤੇ ਵੀ। ਆਪਣੇ ਉੱਤੇ ਦਇਆ ਕਰਨਾ ਵੀ ਬੜਾ ਵੱਡਾ ਕਰਮ ਹੈ। ਆਪਣੇ ਉੱਤੇ ਦਇਆ ਕਰਨੀ ਕੀ ਹੁੰਦੀ ਹੈ? ਕਿ ਆਪਣੇ ਆਪ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ, ਇਹਨੂੰ ਕਹਿੰਦੇ ਦਇਆ। ਕਿਉਂਕਿ ਅਸੀਂ ਦੂਸਰਿਆਂ ਦੇ ਉੱਤੇ ਦਇਆ ਤੇ ਕਰ ਲੈਂਦੇ ਹਾਂ, ਪਰ ਆਪਣੇ ਉੱਤੇ ਦਇਆ ਨਹੀਂ ਕਰਦੇ। ਇਸ ਕਰਕੇ ਇੱਥੇ ਸਤਿਗੁਰਾਂ ਨੇ ਕਿਹਾ ਕਿ ਜਿਹੜੀ ਦਇਆ ਹੈ ਉਹਦੇ ਵਿੱਚੋਂ ਧਰਮ ਪੈਦਾ ਹੁੰਦਾ ਹੈ। ਮਨੁੱਖ ਨੂੰ ਸਾਰਿਆਂ ਜੀਵਾਂ ਦੇ ਉੱਤੇ ਦਇਆ ਕਰਨੀ ਚਾਹੀਦੀ ਹੈ, ਤੇ ਆਪਣੇ ਆਪ ਦੇ ਉੱਤੇ ਵੀ ਮਨੁੱਖ ਨੂੰ ਦਇਆ ਜਿਹੜੀ ਕਰਨੀ ਚਾਹੀਦੀ, ਜਿਹਦੇ ਵਿੱਚੋਂ ਧਰਮ ਪੈਦਾ ਹੁੰਦਾ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੋਖ ਦੇ ਨਾਲ ਜਿਹੜਾ ਹੈ ਨਾ, ਇਹ ਸਾਰੀ ਹੋਂਦ ਜਿਹੜੀ ਚੱਲ ਰਹੀ ਹੈ, ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ, ਸੰਤੋਖੀ ਜੀਵਨ ਵਾਲੇ ਮਨੁੱਖਾਂ ਦੇ ਨਾਲ ਹੀ ਇੱਕ ਜਗ੍ਹਾ, ਇੱਕ ਮਰਿਆਦਾ ਦੇ ਵਿੱਚ ਟਿਕੀ ਹੋਈ ਹੈ। ਹੋਸ਼ੇ ਮਨੁੱਖਾਂ ਦੇ ਨਾਲ ਇਹ ਸੰਸਾਰ ਨਹੀਂ ਚੱਲ ਰਿਹਾ। ਅਸਲ 'ਚ ਸੰਸਾਰ ਸੰਤੋਖ ਰੂਪ ਜਿਹੜੇ ਮਨੁੱਖ ਹਨ, ਜਿਨ੍ਹਾਂ ਨੇ ਨਾਮ ਦਾ ਮੰਨਣ ਕੀਤਾ, ਜਿਨ੍ਹਾਂ ਨੇ ਨਾਮ ਨੂੰ ਸੁਣਿਆ, ਜਿਨ੍ਹਾਂ ਨੇ ਸੁਰਤ ਵਿੱਚ ਟਿਕਾਇਆ, ਉਹਨਾਂ ਦੇ ਜੀਵਨ ਸੰਤੋਖੀ ਹੋ ਗਿਆ, ਤੇ ਉਹਨਾਂ ਦਾ ਜੀਵਨ ਜਿਹੜਾ ਦਇਆਵਾਨ ਹੋ ਗਿਆ, ਤੇ ਉਹ ਧਰਤੀ ਵੀ ਉਹਨਾਂ ਦੇ ਸਹਾਰੇ ਟਿਕੀ ਹੈ। ਤੇ ਫਿਰ ਜਦੋਂ ਸੰਤੋਖੀ ਹੋ ਗਏ, ਤੇ ਇਸ ਧਰਤੀ ਦੀ ਸਮੁੱਚੀ ਮਰਿਆਦਾ ਜਿਹੜੀ ਹੈ ਉਹ ਵੀ ਉਹਨਾਂ ਮਨੁੱਖਾਂ ਦੇ ਸਹਾਰੇ ਹੀ ਟਿਕੀ ਹੈ, ਜਿਹੜੇ ਨਾਮ ਦਾ ਮੰਨਣ ਤੇ ਨਾਮ ਨੂੰ ਸੁਣ ਕੇ ਆਪਣੇ ਜੀਵਨ 'ਚ ਸੰਤੋਖ ਨੂੰ ਧਾਰਨ ਕਰਦੇ ਆ। ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ। ਜੇ ਕੋਈ ਮਨੁੱਖ ਇਸ ਬਾਰੇ ਵਿਚਾਰ ਕਰ ਲਵੇ, ਜੇ ਬੁੱਝ ਲਵੇ, ਜੇ ਕੋ ਬੁੱਝੈ ਹੋਵੈ ਸਚਿਆਰ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਕਿਹਾ ਸੀ ਕਿ ਜਿਹੜਾ ਸਚਿਆਰ ਹੋਣਾ ਹੈ ਉਹ ਹੁਕਮ ਦੇ ਵਿੱਚ ਚੱਲ ਕੇ ਹੈ। ਤੇ ਹੁਣ ਇੱਥੇ ਸਤਿਗੁਰੂ ਕਹਿੰਦੇ ਆ ਕਿ ਜੇ ਕੋਈ ਮਨੁੱਖ ਇਹ ਗੱਲ ਬੁੱਝ ਲਵੇ, ਇਹ ਗੱਲ ਜਾਣ ਲਵੇ ਕਿ ਇਸ ਸ੍ਰਿਸ਼ਟੀ ਦਾ ਕਰਤਾ ਧਰਤਾ ਹਰਤਾ ਅਕਾਲ ਪੁਰਖ ਹੈ, ਤੇ ਨਾਮ ਨੂੰ ਸੁਣ ਕੇ ਮੰਨ ਕੇ ਹਿਰਦੇ 'ਚ ਵਸਾ ਕੇ ਹੀ ਮਨੁੱਖ ਦਾ ਭਲਾ ਹੈ। ਤੇ ਉਹ ਜੇ ਮਨੁੱਖ ਉਹਨਾਂ ਗੱਲਾਂ ਨੂੰ ਆਪਣੇ ਜੀਵਨ 'ਚ ਧਾਰਨ ਕਰ ਲਵੇ, ਫਿਰ ਉਹਦਾ ਜੀਵਨ ਦਇਆਵਾਨ ਹੋ ਜਾਂਦਾ ਹੈ, ਉਹਦਾ ਜੀਵਨ ਸੰਤੋਖੀ ਹੋ ਜਾਂਦਾ ਹੈ। ਤੇ ਫਿਰ ਜਦੋਂ ਉਹ ਇੰਨਾ ਕੁਝ ਬੁੱਝ ਲੈਂਦਾ ਹੈ, ਫਿਰ ਉਹ ਸਚਿਆਰਾ ਬਣ ਜਾਂਦਾ ਹੈ। ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ।
बलद उत्ते धरती का कितना क भार है, ये विचारां बड़े लोकी करते सन कि तवले उपर केता भार, कि इस धरती के उत्ते थले जिहड़ा बलद खड़ा होया ਉਹਦੇ सिर ਦੇ ਉੱਤੇ ਉਹਨੇ ਧਰਤੀ ਚੁੱਕੀ है। ਤੇ ਸਾਰੇ ਕਹਿੰਦੇ ਸਨ ਕਿ ਉਹ ਜਦੋਂ ਇੱਕ ਸਿੰਘ ਤੋਂ ਦੂਸਰੇ ਸਿੰਘ ਤੇ ਰੱਖਦਾ ਹੈ ਤੇ ਭੁਚਾਲ ਆਉਂਦਾ ਹੈ, ਉਹਨੂੰ ਜਦੋਂ ਭਾਰ ਲੱਗਦਾ ਫਿਰ ਦੂਸਰੇ ਸਿੰਘ ਤੇ ਰੱਖ ਲੈਂਦਾ ਹੈ। ਸਤਿਗੁਰਾਂ ਨੇ ਹੁਣ ਇਹ ਮਨੌਤ ਜਿਹੜੀ ਹੈ ਖਤਮ ਕੀਤੀ ਹੈ। ਅਸਲ 'ਚ ਗੁਰੂ ਸਾਹਿਬ ਦਾ ਮਨੋਰਥ ਇਹ ਸੀ ਕਿ ਬਾਹਰ ਦੀਆਂ ਲੜਾਈਆਂ ਨਾਲੋਂ ਮਨੁੱਖ ਆਪਣੇ ਅੰਦਰ ਵਾਲੀ ਗੱਲ ਜਿਹੜੀ ਹੈ ਨਾ ਉਹਦੇ ਨਾਲ ਜੁੜੇ, ਜਿਹਦੇ ਨਾਲ ਮਨੁੱਖ ਦਾ ਭਲਾ ਹੋਣਾ ਹੈ। ਇਸ ਕਰਕੇ ਸਤਿਗੁਰਾਂ ਨੇ ਇਹ ਮਨੌਤ ਤੋੜਨ ਦੀ ਗੱਲ ਇੱਥੇ ਕੀਤੀ ਹੈ ਕਿ ਧਵਲੇ ਉੱਪਰ ਕੀਤਾ ਭਾਰ, ਬੇਅੰਤ ਭਾਰ ਹੈ ਉਸ ਧਵਲੇ ਦੇ ਉੱਪਰ ਜਿਹੜਾ ਇਸ ਧਰਤੀ ਨੂੰ ਚੁੱਕੀ ਫਿਰਦਾ ਹੈ। ਧਰਤੀ ਹੋਰ ਪਰੈ ਹੋਰ ਹੋਰ, ਕਹਿੰਦੇ ਸਨ ਕਿ ਜੇ ਬਲਦ ਨੇ ਧਰਤੀ ਨੂੰ ਚੁੱਕਿਆ ਹੈ, ਉਹਦੇ ਪੈਰਾਂ ਥੱਲੇ ਦੂਸਰੀ ਧਰਤੀ ਹੈ, ਫਿਰ ਉਸ ਧਰਤੀ ਨੂੰ ਕਿਸੇ ਬਲਦ ਨੇ ਚੁੱਕਿਆ। ਤੇ ਸਤਿਗੁਰੂ ਕਹਿੰਦੇ ਆ ਫਿਰ ਤੇ ਧਰਤੀ ਦੇ ਹੇਠਾਂ ਪਰੈ ਹੋਰ ਹੋਰ ਪਤਾ ਨਹੀਂ ਕਿੰਨੀਆਂ ਕੁ ਅੱਗੇ ਧਰਤੀਆਂ ਹਨ। ਤਿਸਤੇ ਭਾਰ ਤਲੈ ਕਮਨ ਜੋਰ, ਫਿਰ ਪਹਿਲੇ ਬਲਦ ਦਾ ਭਾਰ ਤੇ ਚਲੋ ਗਿਣਿਆ ਜਾਏਗਾ, ਫਿਰ ਜਿਹੜਾ ਅਖੀਰਲਾ ਬਲਦ ਹੋਵੇਗਾ ਉਹਦੀ ਕੀ ਵਿਚਾਰ ਹੋਏਗੀ, ਉਹਦੇ ਸਿਰ ਤੇ ਕਿੰਨਾ ਭਾਰ ਹੋਏਗਾ, ਇਹ ਫਿਰ ਕੌਣ ਵਿਚਾਰ ਕਰੇਗਾ। ਤਿਸਤੇ ਭਾਰ ਤਲੈ ਕਮਨ ਜੋਰ, ਕਿਹੜਾ ਸਹਾਰਾ ਉਹਨੂੰ ਲੈ ਕੇ ਬੈਠਾ ਹੈ, ਕਿਸ ਦੇ ਉੱਤੇ ਉਹ ਖੜਾ ਹੋਏਗਾ, ਜਿਹੜਾ ਅਖੀਰਲਾ ਬਲਦ ਹੋਵੇਗਾ। ਮਨੌਤ ਤੋੜੀਏ ਸਤਿਗੁਰਾਂ ਨੇ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਹੇਠਾਂ ਧਰਤੀ ਹੈ ਉੱਤੇ ਬਲਦ ਹੈ, ਫਿਰ ਜਿਹੜਾ ਅਖੀਰਲਾ ਬਲਦ ਹੋਏਗਾ ਉਹ ਕਿਸ ਜਗ੍ਹਾ ਦੇ ਉੱਤੇ ਟਿਕਿਆ ਹੋਏਗਾ। ਭਾਵ ਸਿੱਧਾ ਹੀ ਅਕਾਲ ਪੁਰਖ ਨਾਲ ਜੋੜ ਦਿੱਤਾ ਕਿ ਸੰਸਾਰ ਦਾ ਸਮੁੱਚਾ ਕਾਰ ਵਿਹਾਰ, ਸੰਸਾਰ ਦੇ ਸਮੁੱਚੇ ਕਾਰਜ, ਸੰਸਾਰ ਦਾ ਜਿੰਨੇ ਵੀ ਇਹ ਬ੍ਰਹਿਮੰਡ ਆ ਸਾਰਾ ਕੁਛ ਉਸ ਅਕਾਲ ਪੁਰਖ ਦੇ ਸਹਾਰੇ ਟਿਕਿਆ ਹੈ, ਨਾ ਕਿ ਕਿਸੇ ਬਲਦ ਦੇ ਸਹਾਰੇ। ਇਹ ਗੱਲ ਸਤਿਗੁਰਾਂ ਨੇ ਇੱਥੇ ਕਹੀ ਹੈ ਇੱਕ ਵਿਅੰਗਮਈ ਸ਼ਬਦ ਵਰਤ ਕੇ ਕਿ ਜੇ ਤੁਸੀਂ ਕਹਿੰਦੇ ਹੋ ਧਰਤੀ ਦੇ ਹੇਠਾਂ ਬਲਦ ਹੈ, ਉਸ ਤੋਂ ਹੇਠਾਂ ਬਲਦ ਹੈ, ਫਿਰ ਅਖੀਰਲਾ ਬਲਦ ਜਿਹੜਾ ਆ ਉਹਦੇ ਉੱਤੇ ਕਿੰਨਾ ਕੁ ਭਾਰ ਹੋਏਗਾ ਤੇ ਉਹ ਕਿਸ ਜਗ੍ਹਾ ਦੇ ਉੱਤੇ ਖੜਿਆ ਹੋਏਗਾ। ਤਿਸਤੇ ਭਾਰ ਤਲੇ ਕਮਨ ਜੋਰ, ਜੀ ਜਾਤ ਰੰਗਾ ਕੇ ਨਾਵ। ਜੀ ਇੱਥੇ ਜੀ ਜਿਹੜਾ ਅੱਧਾ ਬੋਲਣਾ ਥੋੜਾ ਜਿਹਾ, ਜੀ ਜੰਤ, ਜੀ ਜਾਤ ਰੰਗਾ ਕੇ ਨਾਵ। ਸ੍ਰਿਸ਼ਟੀ ਵਿੱਚ ਕਹਿੰਦੇ ਕਈ ਜਾਤੀਆਂ, ਕਈ ਕਿਸਮਾਂ ਦੇ ਨਾਵ ਤੇ ਜੀਵ ਜੰਤੂ ਹਨ। ਹੁਣ ਸ੍ਰਿਸ਼ਟੀ ਦੇ ਅੰਦਰਲੀ ਗੱਲ ਆ ਗਈ, ਪਹਿਲਾਂ ਸ੍ਰਿਸ਼ਟੀ ਤੋਂ ਬਾਹਰ ਦੀ ਗੱਲ ਸੀ। ਹੁਣ ਇੱਥੇ ਸਤਿਗੁਰਾਂ ਨੇ ਸ੍ਰਿਸ਼ਟੀ ਦੇ ਅੰਦਰਲੀ ਗੱਲ ਕੀਤੀ ਹੈ ਕਿ ਸ੍ਰਿਸ਼ਟੀ ਦੇ ਉੱਤੇ ਅਨੇਕਾਂ ਹੀ ਜਾਤੀਆਂ, ਅਨੇਕਾਂ ਹੀ ਕਿਸਮਾਂ ਦੇ, ਅਨੇਕਾਂ ਹੀ ਰੰਗਾਂ ਦੇ ਜੀਵ ਜੰਤੂ ਹਨ ਤੇ ਉਹਨਾਂ ਦੇ ਅਨੇਕਾਂ ਹੀ ਨਾਮ ਹਨ। ਸਭਨਾ ਲਿਖਿਆ ਬੁੜੀ ਕਲਾਮ, ਇਹ ਸਾਰੇ ਵੀ ਜਿੰਨੇ ਵੀ ਇਹ ਜੀਵ ਜੰਤੂ ਹਨ, ਇਹਨਾਂ ਦਾ ਪਰਮਾਤਮਾ ਨੇ ਕੁਦਰਤੀ ਤੌਰ ਤੇ ਸਭਨਾਂ ਦਾ ਇੱਕ ਲੇਖਾ ਜਿਹੜਾ ਉਹ ਚੱਲ ਰਿਹਾ ਹੈ। ਭਾਵ ਸਾਰੇ ਜੀਵ ਜੰਤੂ ਇੱਕ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰੀ ਕਾਰ ਕਰ ਰਹੇ ਹਨ। ਸਭਨਾ ਲਿਖਿਆ ਵੁੜੀ ਕਲਾਮ, ਵੁੜੀ ਕਲਾਮ ਭਾਵ ਚੱਲ ਰਹੀ ਹੈ ਕਲਮ, ਜਿਹੜੀ ਕਲਮ ਦੇ ਨਾਲ ਉਹਨਾਂ ਦਾ ਲੇਖਾ ਲਿਖਿਆ ਜਾ ਰਿਹਾ ਹੈ ਤੇ ਜੀਵ ਦੁੱਖ ਸੁੱਖ ਭੋਗ ਕੇ ਇਸ ਸੰਸਾਰ ਤੋਂ ਜਾ ਰਹੇ ਹਨ ਤੇ ਆ ਰਹੇ ਹਨ। ਇਹ ਸਾਰਾ ਕੁਛ ਉਸ ਪਰਮਾਤਮਾ ਦੀ ਜਿਹੜਾ ਹੈ ਜਿਹੜੀ ਸਾਨੂੰ ਦੇਖ ਨਹੀਂ ਰਹੀ ਇੱਕ ਕਲਮ ਹੈ, ਹੁਕਮ ਰੂਪੀ ਕਲਮ, ਜਿਹਦੇ ਨਾਲ ਇਹ ਸਾਰਾ ਲੇਖਾ ਲਿਖਿਆ ਜਾ ਰਿਹਾ। ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ। ਪਰ ਕੋਈ ਵਿਰਲਾ ਹੀ ਮਨੁੱਖ ਹੈ ਜਿਹਨੇ ਨਾਮ ਨੂੰ ਸੁਣ ਕੇ, ਨਾਮ ਨੂੰ ਮੰਨ ਕੇ, ਪੰਚ ਪ੍ਰਵਾਨ ਦੀ ਪਦਵੀ ਹਾਸਲ ਕਰਕੇ ਇਸ ਗੱਲ ਨੂੰ ਜਾਣ ਲਿਆ ਕਿ ਇਹੋ ਲੇਖਾ ਲਿਖ ਜਾਣੇ ਕੋਈ। ਉਹ ਕੋਈ ਵਿਰਲਾ ਮਨੁੱਖ ਹੈ ਜਿਹਨੇ ਇਸ ਲੇਖੇ ਨੂੰ ਸਮਝ ਲਿਆ, ਜਿਹਨੇ ਪ੍ਰਮਾਤਮਾ ਦੀ ਰਜਾ ਨੂੰ ਸਮਝ ਲਿਆ, ਜਿਹਨੇ ਪ੍ਰਮਾਤਮਾ ਦੇ ਹੁਕਮ ਨੂੰ ਸਮਝ ਲਿਆ, ਉਹ ਕੋਈ ਵਿਰਲਾ ਹੀ ਮਨੁੱਖ ਹੈ। ਹੈਨ ਵਿਰਲੇ ਨਾਹੀਂ ਘਣੇ, ਫੈਲ ਫੱਕੜ ਸੰਸਾਰ। ਉਹ ਵਿਰਲੇ ਮਨੁੱਖ ਹਨ ਜਿਹੜੇ ਇਹ ਜਾਣਦੇ ਹਨ ਕਿ ਇਹ ਕਾਰ ਵਿਹਾਰ ਜਿਹੜਾ ਅਕਾਲ ਪੁਰਖ ਆਪ ਚਲਾ ਰਿਹਾ ਹੈ। ਸਲਾਈਡ ਮੇਰੇ ਖਿਆਲ ਨਾਲ ਬਦਲੀ ਨਹੀਂ ਗਈ, ਇੱਕ ਮਿੰਟ ਮੈਂ ਸਲਾਈਡ ਫੇਰ ਬਦਲ ਦਿਆਂ। ਤਿਸਤੇ ਭਾਰ ਤਲੇ ਕਮਨ ਜੋਰ, ਵਾਹਿਗੁਰੂ। ਹਾਂਜੀ, ਕੇਤਾ ਤਾਣ ਸਵਾਲੇ ਹੋ ਰੂਪ। ਹਾਂਜੀ, ਕੇਤਾ ਤਾਣ ਸਵਾਲੇ ਹੋ ਰੂਪ,
उस अकाल पुरख दा जिहड़ा बल है ते उसका जिहड़ा रूप है बड़ा सुंदर है। केता तान बेअंत ਉਹਦੇ ਵਿੱਚ बल है। अकाल पुरख ਦੇ ਵਿੱਚ ਉਹ ਬੇਅੰਤ ਜੀਵਾਂ ਨੂੰ ਸਾਜ ਸਕਦਾ ਹੈ, ਬੇਅੰਤ ਧਰਤੀਆਂ ਬਣਾ ਸਕਦਾ ਹੈ, ਬੇਅੰਤ ਧਰਤੀਆਂ ਨਾਸ਼ ਕਰ ਸਕਦਾ ਹੈ। ਇੰਨਾ ਉਹਦੇ ਵਿੱਚ ਬਲ ਹੈ। ਤੇ ਸਵਾਲੇ ਉਹਦਾ ਅਰਥ ਹੁੰਦਾ ਹੈ ਸੁੰਦਰਤਾ। ਉਹਦਾ ਜਿਹੜਾ ਰੂਪ ਹੈ ਉਹ ਬੜਾ ਸੁੰਦਰ ਹੈ। ਸ੍ਰਿਸ਼ਟੀ ਜਿੰਨੀ ਉਹ ਪਾਈ ਆ ਉਹਨੇ, ਉਹ ਜਦੋਂ ਅਸੀਂ ਦੇਖਦੇ ਹਾਂ ਤੇ ਅਸਰਜ ਹੋ ਜਾਂਦੇ ਹਾਂ ਕਿ ਵਾਹ ਬੜੀ ਸੁੰਦਰ ਜਗ੍ਹਾ ਹੈ, ਬੜੀ ਸੁੰਦਰ ਪਰਮਾਤਮਾ ਦੀ ਕੁਦਰਤ ਹੈ। ਇੱਥੋਂ ਪਤਾ ਲੱਗਦਾ ਕਿ ਪਰਮਾਤਮਾ ਇਹਨੂੰ ਬਣਾਉਣ ਵਾਲਾ ਕਿੰਨਾ ਸੁੰਦਰ ਹੋਏਗਾ। ਇਸੇ ਕਰਕੇ ਉਹਦਾ ਬਲ ਵੀ ਬੜਾ ਹੈ, ਉਹਦੀ ਤਾਕਤ ਵੀ ਬੜੀ ਹੈ। ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਬਣਾ ਰਿਹਾ ਤੇ ਕਿੰਨੀਆਂ ਕੁ ਨਾਸ਼ ਕਰ ਰਿਹਾ, ਕਿੰਨੇ ਕੁ ਜੀਵਾਂ ਨੂੰ ਸਾਜ ਰਿਹਾ ਤੇ ਕਿੰਨਿਆਂ ਕੁ ਨੂੰ ਮਿਟਾ ਰਿਹਾ। ਕੇਤਾ ਤਾਣ, ਤਾਣ ਦਾ ਅਰਥ ਹੁੰਦਾ ਹੈ ਬਲ, ਤਾਕਤ। ਸਵਾਲਿਓ ਰੂਪ, ਸਵਾਲਿਓ ਭਾਵ ਸੁੰਦਰ ਉਹਦਾ ਰੂਪ ਹੈ। ਕੇਤੀ ਦਾਤ ਜਾਣੇ ਕੌਣ ਕੂਤ, ਉਹਦੀ ਦਾਤ ਵੀ ਬੇਅੰਤ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਕਿ ਉਹ ਬੇਅੰਤ ਗੁਣਾਂ ਦਾ ਦਾਤਾ ਹੈ, ਬੇਅੰਤ ਦਾਤਾਂ ਦੇਣ ਵਾਲਾ ਹੈ। ਕੇਤੀ ਦਾਤ ਜਾਣੇ ਕੌਣ ਕੂਤ, ਕੌਣ ਅੰਦਾਜ਼ਾ ਲਾ ਸਕਦਾ ਹੈ। ਕੂਤ ਤੋਂ ਭਾਵ ਅੰਦਾਜ਼ਾ ਲਾਉਣਾ, ਮਾਪਣਾ। ਕੋਈ ਉਸ ਦੀਆਂ ਦਾਤਾਂ ਦਾ ਅੰਤ ਨਹੀਂ ਆਉਂਦਾ। ਪਤਾ ਨਹੀਂ ਕਿੰਨਿਆਂ ਕੁ ਨੂੰ ਸਾਜ ਕੇ ਨੀਵੇਂ ਜੀਵਨ ਵਾਲਿਆਂ ਨੂੰ ਉੱਚੇ ਬਣਾ ਦਿੰਦਾ ਹੈ ਦਾਤਾਂ ਦੇ ਦੇ ਕੇ। ਕਈਆਂ ਨੂੰ ਮਾਇਆਧਾਰੀ ਬਣਾਉਣ ਤੇ ਆ ਗਿਆ ਤੇ ਉਹਨਾਂ ਕੋਲ ਮਾਇਆ ਬੇਅੰਤ ਕਰ ਦਿੱਤੀ। ਕਈ ਐਸੇ ਹਨ ਜਿਨ੍ਹਾਂ ਦੇ ਕੋਲ ਮਾਇਆ ਹੈ ਹੀ ਨਹੀਂ। ਇਹ ਤੇ ਉਹਦੀਆਂ ਦਾਤਾਂ ਹੈ ਨਾ। ਕਈਆਂ ਨੂੰ ਵਡਿਆਈਆਂ ਦਿੱਤੀਆਂ, ਕਈਆਂ ਨੂੰ ਉਹਨੇ ਵਡਿਆਈਆਂ ਨਹੀਂ ਦਿੱਤੀਆਂ। ਇਸ ਕਰਕੇ ਉਹਦਾ ਇਹ ਲੇਖਾ ਜਿਹੜਾ ਨਹੀਂ ਆ ਸਕਦਾ, ਕੋਈ ਮਾਪ ਨਹੀਂ ਸਕਦਾ ਕਿ ਉਹ ਕਿੱਡਾ ਵੱਡਾ ਦਾਤਾ ਹੈ, ਕਿੰਨੀਆਂ ਉਹ ਦਾਤਾਂ ਦੇਣ ਵਾਲਾ ਹੈ। ਕੇਤੀ ਦਾਤ ਜਾਣੇ ਕੌਣ ਕੂਤ, ਕੌਣ ਮਾਪੇ ਉਹਦੀ ਦਾਤ ਨੂੰ। ਕੀਤਾ ਪਸਾਓ ਏਕੋ ਕਵਾਓ। ਹੁਣ ਸਤਿਗੁਰਾਂ ਨੇ ਸਾਰੀ ਗੱਲ ਹੀ ਮੁਕਾ ਦਿੱਤੀ ਕਿ ਜਿਹੜਾ ਸਮੁੱਚਾ ਪਸਾਰਾ ਬਣਿਆ ਹੋਇਆ ਸੀ ਨਾ, ਇਹ ਸਮੁੱਚਾ ਪਸਾਰਾ ਜੋ ਬਣਿਆ ਹੋਇਆ ਹੈ, ਇਹ ਸਾਰਾ ਹੀ ਉਸ ਅਕਾਲ ਪੁਰਖ ਨੇ ਇੱਕ ਹੁਕਮ ਦੇ ਵਿੱਚ ਹੀ ਬਣਾ ਦਿੱਤਾ। ਕਵਾਓ ਤੋਂ ਭਾਵ ਬਚਨ, ਹੁਕਮ। ਜਿਵੇਂ ਆਪਾਂ ਸ਼ਬਦ ਵਰਤਦੇ ਨਾ, ਤੂੰ ਕੂੰਦਾ ਨਹੀਂ, ਹਨਾ। ਕੂੰਦਾ ਸ਼ਬਦ ਬੜਾ ਸਾਂਭਣ ਵਾਲਾ ਸ਼ਬਦ ਹੈ। ਬੋਲਣਾ ਕਿਸੇ ਨੂੰ ਅਸੀਂ ਬਣਾਉਂਦੇ ਹਾਂ ਨਾ ਕਿ ਉਹ ਮੇਰੇ ਨਾਲ ਕੂੰਦਾ ਨਹੀਂ, ਇਹ ਸ਼ਬਦ ਅਸੀਂ ਪੰਜਾਬੀ ਚ ਬੜਾ ਸਾਡਾ ਲੁਪਤ ਹੋ ਰਿਹਾ ਸ਼ਬਦ ਹੈ। ਇਹਨੂੰ ਸਾਂਭਣ ਦੀ ਸਾਨੂੰ ਚਾਹੀਦਾ ਹੈ। ਤੇ ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਕੀਤਾ ਪਸਾਓ ਏਕੋ ਕਵਾਓ। ਲੋਕ ਲੜਦੇ ਸਨ ਇਸ ਗੱਲ ਦੇ ਤੋਂ। ਕੋਈ ਕਹਿੰਦਾ ਸੀ ਕਿ ਧਰਤੀ ਨੂੰ ਬ੍ਰਹਮਾ ਨੇ ਸਾਜਿਆ, ਇੰਨੇ ਦਿਨਾਂ ਚ ਸਾਜਿਆ। ਤੇ ਕੋਈ ਕਹਿੰਦਾ ਸੀ ਇਹ 7 ਦਿਨਾਂ ਚ ਬਣੀ, ਇਹ ਇਸ ਤਰ੍ਹਾਂ ਬਣੀ, ਇਹ ਇਸ ਤਰ੍ਹਾਂ ਬਣੀ। ਕਿਉਂਕਿ ਜਦੋਂ ਅਸੀਂ ਧਾਰਮਿਕ ਤੌਰ ਦੇ ਉੱਤੇ ਵੇਖਦੇ ਹਾਂ ਨਾ, ਹਰ ਧਰਮ ਦੇ ਵਿੱਚ ਇਸ ਗੱਲ ਨੂੰ ਜਿਹੜਾ ਬੜਾ ਹੀ ਵੱਡੇ ਪੱਧਰ ਤੇ ਲਿਆ ਗਿਆ ਕਿ ਧਰਤੀ ਨੂੰ ਕਿਵੇਂ ਸਾਜਿਆ ਗਿਆ, ਕਿਵੇਂ ਪਰਮਾਤਮਾ ਨੇ ਇਹਦੀ ਸਿਰਜਣਾ ਕੀਤੀ ਹੈ। ਪੱਛਮ ਦੇ ਜਿਹੜੇ ਲੋਕ ਆ ਉਹ ਇਹ ਗੱਲ ਮੰਨਦੇ ਆ। ਪੱਛਮ ਤੋਂ ਭਾਵ ਪੱਛਮੀ ਧਰਮ ਜਿਹੜੇ ਹਨ, ਜਿਨ੍ਹਾਂ ਦੇ ਵਿੱਚ ਯਹੂਦੀ ਧਰਮ ਆ ਜਾਂਦਾ ਹੈ, ਜਿਹਦੇ ਵਿੱਚ ਈਸਾਈ ਧਰਮ ਆ ਜਾਂਦਾ ਹੈ ਤੇ ਜਿਹਦੇ ਵਿੱਚ ਇਸਲਾਮ ਆ ਜਾਂਦਾ ਹੈ। ਇਹ ਧਰਮ ਜਿਹੜੇ ਆ ਇਹ ਗੱਲ ਮੰਨਦੇ ਆ ਕਿ ਪਰਮਾਤਮਾ ਨੇ ਓਲਡ ਟੈਸਟਾਮੈਂਟ ਬਾਈਬਲ ਦਾ ਹੈ ਨਾ, ਉਸ ਓਲਡ ਟੈਸਟਾਮੈਂਟ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਪਰਮਾਤਮਾ ਨੇ 6 ਦਿਨਾਂ ਦੇ ਵਿੱਚ ਧਰਤੀ ਜਿਹੜੀ ਬਣਾਈ ਤੇ 7ਵੇਂ ਦਿਨ ਉਹਨੇ ਆਰਾਮ ਕੀਤਾ। ਤੇ ਇਹ ਉਹਨਾਂ ਦੀ ਇੱਕ ਮਨੌਤ ਹੈ। ਪਰ ਵੇਖਿਆ ਜਾਵੇ ਕਿ ਜਦੋਂ ਦੇਣੀ ਨਹੀਂ ਸੀ, ਜਦੋਂ ਗਿਣਿਆ ਨਹੀਂ ਜਾ ਸਕਦਾ ਸੀ ਕਿਹੜਾ ਦਿਨ ਹੈ, ਕੀ ਵਾਰ ਹੈ, ਤੇ ਉਹਨਾਂ ਦਿਨਾਂ ਦੇ ਵਿੱਚ ਕਿਵੇਂ ਪਰਮਾਤਮਾ ਨੇ ਹਿਸਾਬ ਲਾ ਲਿਆ ਕਿ ਇੰਨੇ ਦਿਨਾਂ ਦੀ ਮੈਂ ਧਰਤੀ ਤਿਆਰ ਕਰਨੀ ਹੈ। ਇਸ ਕਰਕੇ ਉਹਨਾਂ ਦੀ ਇੱਕ ਮਨੌਤ ਹੈ। ਤੇ ਇਸੇ ਤਰ੍ਹਾਂ ਸਾਡੇ ਹਿੰਦੁਸਤਾਨ ਦੇ ਵਿੱਚ ਲੋਕੀ ਇਸੇ ਗੱਲਾਂ ਦੇ ਉੱਤੇ ਲੜਦੇ ਸਨ ਤੇ ਹੁਣ ਵੀ ਲੜਾਈਆਂ ਹੁੰਦੀਆਂ ਕਿ ਇਸ ਧਰਤੀ ਨੂੰ ਬ੍ਰਹਮਾ ਨੇ ਸਾਜਿਆ। ਨਾਭ ਕਮਲ ਤੇ ਬ੍ਰਹਮਾ ਉਪਜਤ ਸ਼ੰਕਰ ਛੋਡੀ ਮਾਇਆ, ਗੁਰਬਾਣੀ ਵਿੱਚ ਵੀ ਆਉਂਦਾ ਕਿ ਉਹ ਨਾਭ ਦੇ ਪਰਮਾਤਮਾ ਨੇ ਇੱਕ ਉਹਨੂੰ ਆਪਣੀ ਨਾਭ ਦੇ ਵਿੱਚੋਂ ਪੈਦਾ ਕੀਤਾ ਤੇ ਉਹਦੇ ਵਿੱਚੋਂ ਪੈਦਾ ਹੋ ਕੇ ਉਹਨੇ ਇਸ ਸ੍ਰਿਸ਼ਟੀ ਨੂੰ ਸਾਜਿਆ। ਇਹ ਗੱਲ ਸਾਡੇ ਇਸ ਹਿੰਦੁਸਤਾਨ ਪੱਧਤੀ ਦੇ ਜਿੰਨੇ ਵੀ ਧਰਮ ਹਨ ਉਹਨਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ। ਪਰ ਗੁਰੂ ਨਾਨਕ ਸਾਹਿਬ ਨੇ ਇਸ ਮਨੌਤ ਨੂੰ ਖਤਮ ਕੀਤਾ ਕਿ ਇਹਨਾਂ ਗੱਲਾਂ ਵਿੱਚ ਪੈਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ। ਤੁਸੀਂ ਕਿਉਂ ਲੜਦੇ ਜੇ ਇਹਨਾਂ ਗੱਲਾਂ ਦੇ ਪਿੱਛੇ। ਤੇ ਸਤਿਗੁਰਾਂ ਨੇ ਕਿਹਾ ਕੀਤਾ ਪਸਾਓ ਇੱਕੋ ਕਵਾਓ, ਇੱਕ ਕਵਾਵੇ ਤੇ ਸਭ ਹੋਆ। ਇਹ ਸਾਰਾ ਕੁਛ ਇੱਕ ਕਵਾਓ, ਇੱਕ ਬਚਨ ਦੇ ਨਾਲ ਪਰਮਾਤਮਾ ਨੇ ਸਾਰਾ ਸੰਸਾਰ ਜਿਹੜਾ ਉਹ ਪੈਦਾ ਕਰ ਦਿੱਤਾ। ਤੇ ਇਸ ਗੱਲ ਦੇ ਵਿੱਚ ਸਾਨੂੰ ਜਿਹੜਾ ਹੈ ਨਾ ਕੋਈ ਝਗੜਾ ਨਹੀਂ ਕਰਨਾ ਚਾਹੀਦਾ। ਸਾਇੰਸ ਇਹ ਗੱਲ ਕਹਿੰਦੀ ਹੈ
कि ये जिहड़ा संसार हौली हौली जिहड़ा पैदा होया, सारा कुछ एक वड्डा विस्फोट होया, फिर धरती बनी, फिर धरती दे विच जीव जंतु पैदा होए, जदों वातावरण बनिया, जदों आक्सीजन आई। पर सतगुरां ने उसे गल नूं कहा कि जदों उहदा मन कीता, उहने एक बचन कहा, एक हुकम कीता, ते समुचे पसारे, एक धरती नहीं समुचा ब्रह्मंड जिहड़ा सी ओह होंद विच आ गया। सतगुरां ने कहा कि सुन परमात्मा जिहड़ा सी सुन समाधि विच सी, ते फिर उहने अपना जिहड़ा फैलाओ इको कवाओ दे विच कर दिता। कीता बसाओ इको कवाओ। हुण इह भी सतगुरां ने मनौत जिहड़ी तोड़ी है। देखो सतगुरु हुण इह सारियां गल्लां नूं आपां जे पहली गल दे नाल, क्योंकि पौड़ी वड्डी है ते विचार समझ च आ जावे, इस करके आपां टाइम इत्थे ला रहे हां कि जिहड़ी पहली गल है पंच प्रवान पंच प्रधान वाली, है ना, सतगुरां ने ओहदी ताकीद कीती है कि भाई तुसीं उस गल वल आओ, पंच प्रवान पंच बनो, नाम नूं सुनो, नाम नूं मनो, जिहड़ा तुहाडा करम है संसार ते आउण दा। ते तुसीं इन्हां गल्लां विच ना आओ कि धरती नूं किन्ने चुक्किया है, धरती दा राखा कौन है, धरती नूं किवें बनाया, इन्हां गल्लां दे विच तुसीं ना आओ। असल च तुसीं जो करन आए जे संसार दे उत्ते नाम जपण आए जे, नाम दा मनन करन आए जे, नाम नूं सुण के ते पंच बनन वास्ते इस संसार दे उत्ते आए जे। कीता बसाओ इको कवाओ, इको कवावे ते ये सारा संसार जिहड़ा बनिया होया है। तिसते होए लख दरियाओ, फिर लखां ही दरिया ਉਹਦੇ ਹੁਕਮ ਦੇ ਵਿੱਚ ਹੀ ਹੋ ਗਏ। ਭਾਵ ਸਮੁੱਚੀ ਸ੍ਰਿਸ਼ਟੀ ਦਾ ਜਿੰਨਾ ਵੀ ਪਸਾਰਾ ਸੀ, ਉਹਨੇ ਇੱਕ ਹੁਕਮ ਦੇ ਵਿੱਚ ਹੀ ਜਿਹੜਾ ਸੀ ਉਹ ਪੈਦਾ ਕਰ ਦਿੱਤਾ, ਤੇ ਪੈਦਾ ਕਰਕੇ ਫਿਰ ਉਹਦੀ ਰੱਖਿਆ ਕਰ ਰਿਹਾ। ਲੱਖਾਂ ਹੀ ਦਰਿਆ, ਲੱਖਾਂ ਹੀ ਜ਼ਿੰਦਗੀਆਂ, ਦਰਿਆਓ ਤੋਂ ਭਾਵ, ਕਿਉਂਕਿ ਇਹ ਸਾਇੰਸ ਗੱਲ ਮੰਨਦੀ ਹੈ ਨਾ ਕਿ ਪਾਣੀ ਦੇ ਨਾਲ ਹੀ ਜਿਹੜਾ ਸ੍ਰਿਸ਼ਟੀ ਦੀ ਹੋਂਦ ਹੈ, ਤੇ ਸਤਿਗੁਰਾਂ ਨੇ ਇੱਥੇ ਸ਼ਬਦ ਦਰਿਆਓ ਵਰਤ ਦਿੱਤਾ ਕਿ ਜੇ ਦਰਿਆ ਸੀ ਫਿਰ ਹੀ ਹੋਂਦ, ਉਹ ਕਹਿੰਦੇ ਸੰਸਾਰ ਤੇ ਆਈ ਮਨੁੱਖ ਦੀ ਜਾਂ ਜੀਵ ਜੰਤੂਆਂ ਦੀ। ਤੇ ਸਤਿਗੁਰਾਂ ਨੇ ਕਹਿ ਦਿੱਤਾ ਕਿ ਉਹ ਲੱਖਾਂ ਦਰਿਆ ਜਿਨ੍ਹਾਂ ਦੇ ਨਾਲ ਜ਼ਿੰਦਗੀ ਪੈਦਾ ਹੋਈ, ਉਹ ਲੱਖਾਂ ਦਰਿਆ ਇਸ ਧਰਤੀ ਦੇ ਉੱਤੇ ਵੀ ਉਹਦੇ ਹੁਕਮ ਦੇ ਨਾਲ, ਉਹਦੇ ਇੱਕ ਕਵਾਵੇ ਦੇ ਉੱਤੇ ਹੀ ਇੱਥੇ ਜ਼ਿੰਦਗੀਆਂ ਪੈਦਾ ਹੋ ਗਈਆਂ। ਕੁਦਰਤ ਕਵਣ ਕਹਾ ਵਿਚਾਰ। ਸਤਿਗੁਰੂ ਹੁਣ ਕਹਿੰਦੇ ਆ ਇੱਥੇ, ਸਤਿਗੁਰਾਂ ਨੇ ਦੇਖੋ ਆਪਾਂ ਇਹਨਾਂ ਗੱਲਾਂ ਦੇ ਉੱਤੇ ਝਗੜਾ ਜਿਹੜਾ ਹੈ ਨਾ ਆਮ ਹੀ ਮਨੁੱਖਾਂ ਦਾ ਹੁੰਦਾ ਰਹਿੰਦਾ ਕਿ ਪ੍ਰਮਾਤਮਾ ਕੈਸਾ ਹੈ, ਉਹਦੀ ਕੁਦਰਤ ਨੂੰ ਮੈਂ ਵਰਣਨ ਕਰਾਂਗਾ, ਉਹਦੀ ਕੁਦਰਤ ਇਸ ਤਰ੍ਹਾਂ ਦੀ ਹੈ, ਉਹ ਐਂ ਕਰਦਾ ਹੈ, ਉਹ ਐਂ ਕਰਦਾ ਹੈ, ਹਨਾ। ਇਹ ਸਾਡੇ ਝਗੜੇ ਹੋ ਸਕਦੇ ਆ, ਪਰ ਦੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਸ ਪਰਮਾਤਮਾ ਦੇ ਅੱਗੇ ਕਿੱਡਾ ਵੱਡਾ ਸਮਰਪਣ ਕੀਤਾ। ਸਤਿਗੁਰਾਂ ਨੇ ਦੋਵੇਂ ਹੱਥ ਜੋੜ ਕੇ ਕਹਿ ਦਿੱਤਾ, ਕੁਦਰਤ ਕਵਣ ਕਹਾ ਵਿਚਾਰ। ਮੈਂ ਕਿੱਥੋਂ ਵਿਚਾਰ ਕਰ ਸਕਦਾ ਉਹਦੀ ਕੁਦਰਤ ਦੀ, ਕਿ ਉਹ ਕੀ ਬਣਾ ਰਿਹਾ ਹੈ, ਕੀ ਉਹ ਨਾਸ਼ ਕਰ ਰਿਹਾ ਹੈ, ਕਿਹਨੂੰ ਉਹਨੇ ਸਾਜਣਾ ਹੈ, ਕਿਹਨੂੰ ਉਹਨੇ, ਕਿਹੜੇ ਭਲੇ ਮਨੁੱਖ ਬਣਾਏ ਆ, ਕਿਹੜੇ ਚੰਗੇ ਮਨੁੱਖ, ਕਿਹੜੇ ਮਾੜੇ ਮਨੁੱਖ ਬਣਾਏ ਆ, ਕਿਹੜੇ ਜੀਵ ਪੈਦਾ ਕਰਨੇ ਆ, ਕਿਹੜੇ ਨਹੀਂ ਕਰਨੇ, ਕਿਹਨਾਂ ਨੂੰ ਉਹਨੇ ਪ੍ਰਸ਼ਾਦੇ ਛਕਾਉਣੇ ਆ ਚੋਪੜੇ, ਤੇ ਕਿਹਨਾਂ ਨੂੰ ਉਹਨੇ ਘਾਹ ਖਾਣ ਤੇ ਲਾ ਦੇਣਾ। ਇਹ ਤੇ ਉਹਦੀ ਮਰਜ਼ੀ ਆ ਨਾ। ਤੇ ਇਸੇ ਕਰਕੇ ਸਤਿਗੁਰਾਂ ਨੇ ਕਹਿ ਦਿੱਤਾ ਕਿ ਮੇਰੀ ਇਹ ਕਹਿਣ ਦੇ ਵਿੱਚ ਗੱਲ ਨਹੀਂ ਆਉਂਦੀ, ਭਾਵੇਂ ਕਿ ਸਤਿਗੁਰਾਂ ਨੇ ਦੇਖੋ ਪਰ ਇਹ ਸਾਰੀ ਗੱਲ ਕਹੀ ਵੀ ਹੈ ਕਿ ਉਹ ਪਰਮਾਤਮਾ ਦਾ ਰੂਪ ਸੁੰਦਰ ਹੈ, ਉਹਦਾ ਤਾਣ ਸੁੰਦਰ ਹੈ, ਉਹਨੇ ਸਾਰਾ ਪਸਾਰਾ ਇੱਕ ਕਵਾਓ ਦੇ ਵਿੱਚ ਕੀਤਾ। ਪਰ ਇਸ ਪੌੜੀ ਦੇ ਅਖੀਰ ਦੇ ਉੱਤੇ ਦੇਖੋ ਆ ਕੇ ਸਤਿਗੁਰਾਂ ਨੇ ਆਪ ਹੀ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਕੇ ਪ੍ਰਮਾਤਮਾ ਅੱਗੇ ਸਮਰਪਣ ਕੀਤਾ ਹੋਵੇ। ਜਿਵੇਂ ਇਸ ਤਰ੍ਹਾਂ ਸਤਿਗੁਰਾਂ ਨੇ ਕਿਹਾ, ਕੁਦਰਤ ਕਵਣ ਕਹਾ ਵਿਚਾਰ। ਮੈਂ ਕੀ ਤੇਰੀ ਕੁਦਰਤ ਦੀ ਵਿਚਾਰ ਕਰਾਂ, ਮੇਰੀ ਇੰਨੀ ਤਾਕਤ, ਮੇਰੀ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਇਹ ਗੱਲ ਬਿਆਨ ਕਰ ਸਕਾਂ ਕਿ ਤੇਰੀ ਕੁਦਰਤ ਦਾ ਕਿੰਨਾ ਫੈਲਾਓ ਹੈ। ਕੁਦਰਤ ਕਵਣ ਨਾਣਾ ਲੱਗਾ ਹੋਇਆ ਹੈ, ਕਵਣ ਕਹਾ ਵਿਚਾਰ। ਵਿਚਾਰ ਸ਼ਬਦ ਪੜਨਾ, ਵਿਚਾਰ ਨਹੀਂ ਪੜਨਾ। ਵਾਰਿਆ ਨਾ ਜਾਵਾਂ ਏਕ ਵਾਰ। ਪਰਮਾਤਮਾ ਮੈਂ ਤੇਰੀ ਇਸ ਕੁਦਰਤ ਤੋਂ ਇੱਕ ਵਾਰੀ ਵਾਰਿਆ ਨਹੀਂ ਜਾਂਦਾ, ਭਾਵ ਮੈਂ ਅਨੇਕਾਂ ਵਾਰ ਵਾਰਿਆ ਜਾਣਾ ਤੇਰੀ ਕੁਦਰਤ ਦੇ ਉੱਤੋਂ। ਜੋ ਤੂੰ ਇੰਨੀ ਸ੍ਰਿਸ਼ਟੀ ਬਣਾਈ ਹੈ, ਜੋ ਤੂੰ ਇੰਨੇ ਬ੍ਰਹਿਮੰਡਾਂ ਨੂੰ ਬਣਾ ਕੇ ਸਾਜ ਕੇ ਉਹਨਾਂ ਦਾ ਸਹਾਰਾ ਵੀ ਤੂੰ ਆਪ ਹੈ, ਇੰਨੇ ਜੀਵ ਜੰਤੂ ਤੂੰ ਇੱਕੋ ਹੀ ਬੋਲ ਦੇ ਨਾਲ ਪੈਦਾ ਕਰ ਦਿੱਤੇ, ਇੱਕੋ ਬੋਲ ਦੇ ਨਾਲ ਬੇਅੰਤ ਸ੍ਰਿਸ਼ਟੀਆਂ ਸਾਜ ਦਿੱਤੀਆਂ। ਇਸ ਕਰਕੇ ਇਹ ਅਕਾਲ ਪੁਰਖ ਜੀ ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਆਪ ਜੀ ਤੋਂ ਇੱਕ ਵਾਰੀ ਨਹੀਂ, ਲੱਖਾਂ ਵਾਰੀ, ਹਜ਼ਾਰਾਂ ਵਾਰੀ, ਕਰੋੜਾਂ ਵਾਰੀ ਵਾਰਿਆ ਜਾਣਾ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਸਤਿਗੁਰੂ ਇਹ ਅਕਾਲ ਪੁਰਖ ਜੀ ਜੋ ਆਪ ਜੀ ਨੂੰ ਭਾਉਂਦਾ ਹੈ ਉਹੀ ਭਲੀ ਕਾਰ ਹੈ, ਉਹੀ ਕੰਮ ਭਲਾ ਹੈ ਜਿਹੜਾ ਆਪ ਜੀ ਨੂੰ ਭਾਉਂਦਾ ਹੈ। ਤੁਸੀਂ ਸ੍ਰਿਸ਼ਟੀਆਂ ਸਾਜ ਰਹੇ ਹੋ, ਵਿਨਾਸ਼ ਕਰ ਰਹੇ ਹੋ, ਤੁਸੀਂ ਜੀਵਾਂ ਨੂੰ ਵਡਿਆਈਆਂ ਦੇ ਰਹੇ ਹੋ, ਤੁਸੀਂ ਜੀਵਾਂ ਕੋਲੋਂ ਵਡਿਆਈਆਂ ਲੈ ਰਹੇ ਹੋ।
ਬੇਅੰਤਾਂ ਨੂੰ ਤੁਸੀਂ ਮਾਰ ਰਹੇ ਹੋ ਤੇ ਬੇਅੰਤ ਇਸ ਧਰਤੀ ਤੇ ਜੰਮ ਰਹੇ ਹਨ। ਇਹ ਤੇਰੀ ਭਲੀ ਕਾਰ ਹੈ, ਇਹ ਤੇਰਾ ਕੰਮ ਹੈ, ਇਹਦੇ ਵਿੱਚ ਮੈਂ ਕੁਝ ਵੀ ਨਹੀਂ ਕਹਿ ਸਕਦਾ। ਜੋ ਤੈਨੂੰ ਭਾਉਂਦਾ ਤੂੰ ਉਹੀ ਕਰਦਾ ਹੈ, ਇਸ ਕਰਕੇ ਤੇਰੇ ਤੋਂ ਮੈਂ ਵਾਰਿਆ ਜਾਂਦਾ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਸਾਈ ਨਹੀਂ ਇੱਥੇ ਪੜ੍ਹਨਾ ਸਾਈ, ਸਾਈ ਦਾ ਅਰਥ ਉਹ, ਸਾਈ ਭਲੀ ਕਾਰ, ਭਲੀ ਭਾਵ ਕੇ ਉਹੀ ਚੰਗੀ ਕਾਰ, ਕਾਰ ਤੋਂ ਅਰਥ ਕੰਮ ਹੈ, ਉਹੀ ਚੰਗਾ ਕੰਮ ਹੈ ਜਿਹੜਾ ਤੈਨੂੰ ਭਾਉਂਦਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਪਰਮਾਤਮਾ ਸਦਾ ਹੀ ਸਲਾਮਤ ਹੈ, ਤੂੰ ਅਟਲ ਹੋਣ ਵਾਲਾ ਹੈ, ਤੂੰ ਸਦਾ ਹੀ ਰਹਿਣ ਵਾਲਾ ਹੈ। ਭਾਵੇਂ ਇਹ ਸ੍ਰਿਸ਼ਟੀਆਂ ਬਣੀਆਂ ਹਨ ਤੇ ਭਾਵੇਂ ਕੱਲ ਨੂੰ ਨਾਸ਼ ਕਰ ਦੇ, ਤੇ ਭਾਵੇਂ ਤੂੰ ਜੀਵ ਬਣਾ ਕੇ ਇੱਕੋ ਵਾਰੀ ਸਾਰਿਆਂ ਨੂੰ ਖਤਮ ਕਰ ਦੇ, ਇਹ ਤੇਰੀ ਮਰਜ਼ੀ ਹੈ, ਪਰ ਤੂੰ ਸਲਾਮਤ ਹੈ, ਇਹਦੇ ਨਾਲ ਤੈਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਇਸ ਪੌੜੀ ਦੇ ਅੰਦਰ ਜੋ ਵਿਚਾਰਨ ਵਾਲੀ ਗੱਲ ਹੈ, ਉਹ ਸਤਿਗੁਰਾਂ ਨੇ ਉਹਨਾਂ ਸਾਰੀਆਂ ਮਨੁੱਖਤਾ ਨੂੰ ਖਤਮ ਕਰਕੇ ਇਹ ਗੱਲ ਮਨੁੱਖ ਨੂੰ ਦੱਸੀ ਹੈ ਕਿ ਭਾਈ ਉਹਨਾਂ ਝਗੜਿਆਂ 'ਚ ਨਾ ਪਾਓ ਕਿ ਧਰਤੀ ਬਣੀ ਕਵੇਂ, ਧਰਤੀ ਨੂੰ ਕੌਣ ਸਾਂਭ ਰਿਹਾ ਹੈ। ਇਹਨਾਂ ਗੱਲਾਂ 'ਚ ਪੈਣ ਦੇ ਨਾਲੋਂ ਚੰਗਾ ਹੈ ਕਿ ਤੁਸੀਂ ਪੰਚ ਪ੍ਰਵਾਨ ਬਣ ਜਾਓ, ਪੰਚ ਪ੍ਰਧਾਨ ਬਣ ਜਾਓ, ਤਾਂ ਕਿ ਤੁਹਾਡਾ ਜੀਵਨ ਜਿਹੜਾ ਹੈ ਉਹ ਚੜ੍ਹਦੀ ਕਲਾ ਵਾਲਾ ਤੇ ਚੰਗਾ ਹੋ ਸਕੇ। ਹੁਣ ਅਗਲੀ ਪੌੜੀ ਦੀ ਆਪਾਂ ਇੱਥੇ ਆਰੰਭਤਾ ਕਰਾਂਗੇ ਜੀ। ਅਸੰਖ ਜਪ ਅਸੰਖ ਭਾਵ। ਹੁਣ ਸਤਿਗੁਰਾਂ ਨੇ ਇਹ ਗੱਲ ਕਹਿ ਦਿੱਤੀ ਕਿ ਬੇਅੰਤ ਜੀਵ ਇਸ ਧਰਤੀ ਤੇ ਸਾਜੇ ਗਏ ਹਨ। ਹੁਣ ਉਹਨਾਂ ਜੀਵਾਂ ਦੇ ਲੱਛਣ ਸਤਿਗੁਰਾਂ ਨੇ ਦੱਸੇ ਆ ਕਿ ਉਹ ਜੀਵ ਇਸ ਧਰਤੀ ਦੇ ਉੱਤੇ ਕਾਰਜ ਕੀ ਕਰ ਰਹੇ ਆ। ਹੁਣ ਅਸੰਖ ਸ਼ਬਦ ਇੱਥੇ ਆਇਆ, ਅਸੰਖ ਸ਼ਬਦ ਤੋਂ ਅਰਥ ਹੁੰਦਾ ਜਿਹਦੀ ਗਿਣਤੀ ਨਾ ਹੋ ਸਕੇ। ਹੁਣ ਜੇ ਹਿਸਾਬ ਲਾਇਆ ਜਾਵੇ, ਸਤਿਗੁਰਾਂ ਨੇ ਇੱਥੇ ਸਭ ਤੋਂ ਪਹਿਲਾ ਸ਼ਬਦ ਵਰਤਿਆ ਅਸੰਖ ਜਪ ਅਸੰਖ ਭਾਉ। ਅਸੰਖੀ ਹਨ ਜਿਹੜੇ ਤੈਨੂੰ ਜਪ ਰਹੇ ਹਨ, ਅਣਗਿਣਤ, ਜਿਨ੍ਹਾਂ ਦੀ ਗਿਣਤੀ ਨਹੀਂ ਪਾਈ ਜਾ ਸਕਦੀ, ਉਹ ਤੈਨੂੰ ਜਪ ਰਹੇ ਆ। ਤੇ ਬੇਅੰਤੀ ਜਿਹੜੇ ਹਨ ਉਹ ਤੇਰੇ ਨਾਲ ਪਿਆਰ ਕਰਦੇ ਆ, ਭਾਵ ਤੈਨੂੰ ਪਿਆਰ ਦੇ ਨਾਲ ਯਾਦ ਕਰਦੇ ਆ। ਹੁਣ ਅਸੰਖ ਸ਼ਬਦ ਵਰਤਿਆ, ਤੇ ਜੇ ਸ੍ਰਿਸ਼ਟੀ ਦੇ ਆਪਾਂ ਸਾਰੇ ਮਨੁੱਖਾਂ ਨੂੰ ਗਿਣ ਲਈਏ ਜਿਹੜੇ ਜਪਣ ਵਾਲੇ ਆ ਤੇ ਉਹਨਾਂ ਦੀ ਗਿਣਤੀ ਆ ਸਕਦੀ ਆ, ਪਰ ਇੱਥੋਂ ਅਸੰਖ ਤੋਂ ਸਤਿਗੁਰਾਂ ਨੇ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਦੀ ਗੱਲ ਕੀਤੀ ਹੈ ਤੇ ਕਿੰਨੇ ਕੁ ਜੀਵਾਂ ਦੀ ਗੱਲ ਕੀਤੀ ਹੈ ਜਿਹੜੇ ਜਪ ਰਹੇ ਆ। ਪਤਾ ਨਹੀਂ ਉਹ ਮਨੁੱਖ ਆ, ਦੇਵ ਆ, ਦਾਨਵ ਆ, ਗੰਧਰਵ ਆ, ਪਤਾ ਨਹੀਂ ਕੌਣ ਆ ਜਿਹੜੇ ਜਪ ਰਹੇ ਆ, ਜਿਹੜੇ ਭਾਵ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰ ਰਹੇ। ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੋ ਸਕਦੀ। ਉਹਨਾਂ ਦੇ ਲੱਛਣ ਸਤਿਗੁਰਾਂ ਨੇ ਬਿਆਨ ਕੀਤੇ ਆ, ਜਿਹੜੇ ਜੀਵ ਪੈਦਾ ਕੀਤੇ ਆ ਉਹਨੇ, ਤੇ ਉਹ ਪ੍ਰਮਾਤਮਾ ਨੂੰ ਕਿਵੇਂ ਕਿਵੇਂ ਧਿਆ ਰਹੇ ਆ ਤੇ ਕਿਵੇਂ ਕਿਵੇਂ ਦਾ ਜੀਵਨ ਜਿਹੜਾ ਬਤੀਤ ਕਰ ਰਹੇ ਆ। ਸਤਿਗੁਰੂ ਬਖਸ਼ਿਸ਼ ਕਰਦੇ ਆ, ਅਸੰਖਾਂ ਹੀ ਇਸ ਧਰਤੀ ਦੇ ਉੱਤੇ ਜਪਣ ਵਾਲੇ ਹਨ। ਇਹਨਾਂ ਧਰਤੀਆਂ ਦੇ ਉੱਤੇ ਅਸੰਖਾਂ ਹੀ ਹਨ, ਭਾਵੇਂ ਉਹ ਮਨੁੱਖ ਹਨ, ਭਾਵੇਂ ਉਹ ਜੋ ਵੀ ਸੰਸਾਰ ਦੇ ਜੀਵ ਹਨ, ਆਪਣੇ ਆਪਣੇ ਤਰੀਕੇ ਦੇ ਨਾਲ ਉਹ ਜਪ ਰਹੇ ਹਨ ਪ੍ਰਮਾਤਮਾ ਨੂੰ। ਅਸੰਖ ਜਪ ਅਸੰਖ ਭਾਵ। ਅਸੰਖਾਂ ਹੀ ਹਨ ਜਿਹੜੇ ਪ੍ਰਮਾਤਮਾ ਦੇ ਨਾਲ ਪਿਆਰ ਪਾ ਕੇ ਇਹਨੂੰ ਜਪ ਰਹੇ ਆ, ਜਿਹੜੇ ਉਹਦੇ ਨਾਲ ਪਿਆਰ ਕਰਦੇ ਆ। ਭਾਵ ਦਾ ਅਰਥ ਪਿਆਰ ਹੁੰਦਾ। ਇੱਕ ਸ਼ਬਦ ਭਾਵ ਹੁੰਦਾ, ਭਾਵ ਦਾ ਅਰਥ ਡਰ ਹੁੰਦਾ ਤੇ ਭਾਵ ਦਾ ਅਰਥ ਪਿਆਰ ਹੁੰਦਾ। ਇਹ ਗੱਲ ਧਿਆਨ ਚ ਰੱਖਿਓ। ਜਦੋਂ ਕੰਨਾ ਲਾ ਦਈਏ ਤੇ ਉਦੋਂ ਭਾਵ ਸ਼ਬਦ ਬਣ ਜਾਏਗਾ, ਭਾਵ ਦਾ ਅਰਥ ਬਣ ਜਾਵੇਗਾ ਡਰ, ਤੇ ਜਦੋਂ ਕੰਨਾ ਲੱਗ ਜਾਏਗਾ ਭਾਵ ਦਾ ਅਰਥ ਬਣ ਜਾਏਗਾ ਪਿਆਰ। ਅਸੰਖਾਂ ਹੀ ਹਨ ਜਿਹੜੇ ਤੈਨੂੰ ਪਿਆਰ ਕਰਨ ਵਾਲੇ ਹਨ। ਅਸੰਖ ਪੂਜਾ ਅਸੰਖ ਤਪ ਤਾਓ। ਅਸੰਖਾਂ ਹੀ ਹਨ, ਬੇਅੰਤੇ ਹਨ ਜਿਹੜੇ ਪੂਜਾ ਕਰਦੇ ਆ, ਜਿਹੜੇ ਪੂਜਾ ਦੇ ਵਿੱਚ ਮਗਨ ਆ, ਤੇਰੀ ਪੂਜਾ ਕਰਨ ਦੇ ਵਿੱਚ ਮਗਨ ਆ, ਜਿਹੜੇ ਹਰ ਵੇਲੇ ਤੇਰੀ ਪੂਜਾ ਕਰਦੇ ਰਹਿੰਦੇ ਆ। ਤੇ ਅਣਗਿਣਤੀ ਐਸੇ ਹਨ ਜਿਹੜੇ ਤਪ ਕਰਦੇ ਆ, ਜਿਹੜੇ ਕਠਿਨ ਤਪ ਸਾਧਨਾ ਕਰਕੇ ਤੈਨੂੰ ਪ੍ਰਾਪਤ ਕਰਨਾ ਚਾਹੁੰਦੇ ਆ, ਉਹ ਵੀ ਬੇਅੰਤੀ ਆ। ਉਹਨਾਂ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਅਸੰਖ ਗ੍ਰੰਥ ਮੁੱਖ ਵੇਦ ਪਾਠ। ਤੇ ਅਸੰਖ ਹੀ ਐਸੇ ਹਨ ਜਿਹੜੇ ਗ੍ਰੰਥਾਂ ਦਾ ਪਾਠ ਜਿਹੜਾ ਹੈ ਆਪਣੇ ਮੁਖ ਤੋਂ ਉਚਾਰਨ ਕਰਦੇ ਆ, ਵੇਦਾਂ ਦਾ ਪਾਠ ਜਿਹੜਾ ਉਚਾਰਨ ਕਰਦੇ ਆ ਤੇ ਦੂਸਰਿਆਂ ਨੂੰ ਉਹ ਪਾਠ ਜਿਹੜਾ ਸੁਣਾਉਂਦੇ ਆ। ਬੇਅੰਤੀ ਜੀਵ ਹਨ, ਆਪਣੇ ਮੂੰਹ ਦੇ ਨਾਲ ਉਹ ਵੇਦਾਂ ਦਾ ਪਾਠ ਕਰ ਕਰਕੇ ਤੇਰੀ ਉਸਤਤੀ ਵੇਦਾਂ ਦੇ ਅਨੁਸਾਰ, ਪੁਰਾਣਾਂ ਦੇ ਅਨੁਸਾਰ ਤੇਰੀ ਉਸਤਤੀ ਗਾ ਰਹੇ ਆ, ਉਹ ਵੀ ਬੇਅੰਤ ਹਨ। ਹੁਣ ਇੱਥੇ ਵੇਦ ਤੋਂ ਭਾਵ ਇਹ ਨਹੀਂ ਕਿ ਸਿਰਫ ਉਹ 4 ਵੇਦ ਹੀ, ਇਹਦੇ ਵਿੱਚ ਸੰਸਾਰ ਦੀਆਂ ਜਿੰਨੀਆਂ ਵੀ ਧਾਰਮਿਕ ਪੁਸਤਕਾਂ ਹਨ ਉਹਨਾਂ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ। ਭਾਵੇਂ ਉਹਦੇ ਵਿੱਚ ਤ੍ਰਿਪਿਟਕ ਬੋਧੀਆਂ ਦੇ ਗ੍ਰੰਥ ਆ ਜਾਣ, ਜਾਂਦਾ ਵੇਸ਼ਤਾ ਭਾਵੇਂ ਪਾਰਸੀਆਂ ਦਾ ਗ੍ਰੰਥ ਆ ਜੇ, ਤੇ ਭਾਵੇਂ ਤੁਰੇਤ ਜੰਬੂਰ ਤੇ ਅੰਜੀਲ ਕੁਰਾਨ ਇਹਨਾਂ ਦੇ ਆ ਜਾਣ ਪੱਛਮੀ ਸੱਭਿਅਤਾ ਵਾਲਿਆਂ ਦੇ। ਇਹ ਸਾਰੇ ਗ੍ਰੰਥਾਂ ਦੀ ਗੱਲ ਇੱਥੇ ਕੀਤੀ ਹੈ ਕਿ ਉਹ ਗ੍ਰੰਥਾਂ ਦੇ ਵਿੱਚੋਂ
ਆਪ ਜੀ ਦਾ ਗੁਣਗਾਨ ਕਰਦੇ ਆ ਪ੍ਰਮਾਤਮਾ ਜੀ। ਅਸੰਖੀ ਹਨ ਉਹ ਵੀ, ਉਹਨਾਂ ਦਾ ਵੀ ਕੋਈ ਕਿਹਾ ਨਹੀਂ ਜਾ ਸਕਦਾ ਕਿ ਉਹ ਕਿੰਨੇ ਕੁ ਹਨ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਤੇ ਅਸੰਖੀ ਉਹ ਮਨੁੱਖ ਹਨ, ਉਹ ਜੀਵ ਹਨ ਜੋ ਯੋਗ ਅਭਿਆਸ ਕਰਕੇ ਤੈਨੂੰ ਪਾਉਣਾ ਚਾਹੁੰਦੇ ਆ। ਤੇ ਅਸੰਖੀ ਉਹ ਹਨ ਜਿਹੜੇ ਮਨ ਦੇ ਵਿੱਚ ਉਦਾਸ ਭਾਵ ਉਦਾਸੀ ਧਾਰਨ ਕਰਦੇ ਆ, ਉਪਰਾਮ ਰਹਿੰਦੇ ਆ, ਜਿਨ੍ਹਾਂ ਨੂੰ ਹੁੰਦਾ ਹੈ ਕਿ ਅਸੀਂ ਸੰਸਾਰ ਦੀਆਂ ਵਸਤੂਆਂ ਤੋਂ ਕੀ ਲੈਣਾ ਹੈ। ਅਸੰਖੀ ਉਹ ਮਨੁੱਖ ਹਨ ਜਿਹੜੇ ਯੋਗ ਧਾਰਨ ਕਰਦੇ ਹਨ ਤੈਨੂੰ ਪ੍ਰਾਪਤ ਕਰਨ ਵਾਸਤੇ। ਤੇ ਅਸੰਖੀ ਉਹ ਮਨੁੱਖ ਹਨ ਜਿਹੜੇ ਮਾਇਆ ਦੇ ਵਿੱਚੋਂ ਉਦਾਸ ਹਨ, ਜਿਹੜੇ ਸੰਸਾਰ ਦੇ ਨਾਲ ਜਿਨ੍ਹਾਂ ਦੀ ਨਹੀਂ ਬਣੀ, ਜਿਹੜੇ ਕਹਿੰਦੇ ਆ ਸੰਸਾਰ ਜਿਹੜਾ ਨਾਸ਼ਵਾਨ ਹੈ, ਉਹ ਵੀ ਬੇਅੰਤ ਹਨ। ਰਹੇ ਉਦਾਸ ਰਹੇ, ਇਹ ਸ਼ਬਦ ਪੜ੍ਹਨਾ ਹੈ ਜੀ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖੀ ਉਹ ਮਨੁੱਖ ਹਨ, ਅਸੰਖੀ ਤੇਰੇ ਭਗਤ ਹਨ ਉਹ ਜਿਹੜੇ ਤੇਰੇ ਗੁਣਾਂ ਦੀ ਵਿਚਾਰ ਕਰਦੇ ਆ। ਭਾਵ ਜੋ ਭਗਤ ਹਨ ਉਹ ਤੈਨੂੰ ਜਪਦੇ ਆ ਤੇ ਜਪਣ ਦੇ ਨਾਲ ਉਹਨਾਂ ਦੇ ਅੰਦਰ ਗੁਣ ਆਉਂਦੇ ਆ, ਤੇ ਫਿਰ ਉਹਨਾਂ ਗੁਣਾਂ ਦੇ ਨਾਲ ਉਹਨਾਂ ਦੇ ਅੰਦਰ ਗਿਆਨ ਆਉਂਦਾ ਹੈ। ਫਿਰ ਉਸ ਗਿਆਨ ਦੀ ਤੇ ਉਹਨਾਂ ਗੁਣਾਂ ਦੀ ਵਿਚਾਰ ਕਰਦੇ ਆ। ਫਿਰ ਉਹ ਆਪਣੇ ਜੀਵਨ ਦੇ ਵਿੱਚ ਉਹਨਾਂ ਵਿਚਾਰਾਂ ਨੂੰ ਅਪਣਾਉਂਦੇ ਆ ਤੇ ਦੂਸਰਿਆਂ ਦੇ ਲਈ ਵੀ ਉਹ ਗਿਆਨ ਦਿੰਦੇ ਆ ਕਿ ਭਾਈ ਮੈਂ ਇਸ ਤਰ੍ਹਾਂ ਤਰਿਆ ਤੇ ਤੂੰ ਵੀ ਇਸ ਤਰ੍ਹਾਂ, ਤੁਸੀਂ ਵੀ ਇਸ ਤਰ੍ਹਾਂ ਤਰੋ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖੀ ਇਸ ਧਰਤੀ ਦੇ ਉੱਤੇ ਸਤਿਪੁਰਸ਼ ਹਨ ਜਿਹੜੇ ਆਪਣੇ ਆਪ ਨੂੰ ਸਤੀ ਕਹਾਉਣ ਵਾਲੇ। ਉਹ ਮਨੁੱਖ ਇੱਥੇ ਬੇਅੰਤ ਹਨ ਜਿਹੜੇ ਪ੍ਰਮਾਤਮਾ ਨੂੰ ਸਤੀ ਹੋ ਕਰਕੇ ਧਿਆਉਂਦੇ ਆ। ਭਾਵ ਜਿਹੜੇ ਜਤ ਸਤ ਦੇ ਵਿੱਚ ਆਪਣੇ ਆਪ ਨੂੰ ਪਰਪੱਖ ਰੱਖਦੇ ਆ, ਉਹ ਵੀ ਬੇਅੰਤ ਹਨ। ਅਸੰਖ ਸਤੀ ਅਸੰਖ ਦਾਤਾਰ। ਤੇ ਅਸੰਖ ਹਨ ਜਿਹੜੇ ਇਸ ਸੰਸਾਰ ਦੇ ਉੱਤੇ ਦੂਸਰਿਆਂ ਨੂੰ ਜਿਹੜੇ ਤੈਨੂੰ ਯਾਦ ਕਰਦੇ ਆ, ਤੇਰੀਆਂ ਦਾਤਾਂ ਦਾ ਜਿਹੜਾ ਗੁਣਗਾਨ ਕਰਦੇ ਆ। ਤੇ ਅਸੰਖ ਸਤੀ ਹਨ, ਅਸੰਖ ਹੀ ਉਹ ਮਨੁੱਖ ਜਿਹੜੇ ਦਾਤਾਂ ਵੰਡ ਕੇ ਤੈਨੂੰ ਯਾਦ ਕਰਦੇ ਆ। ਅਸੰਖ ਸੂਰ ਮੋਹ ਭਖ ਸਾਰ। ਅਸੰਖਾਂ ਹੀ ਸੂਰਮੇ ਹਨ, ਯੋਧੇ ਹਨ ਇਸ ਸੰਸਾਰ ਦੇ ਉੱਤੇ ਜਿਹੜੇ ਸ਼ਸਤਰਾਂ ਨੂੰ ਆਪਣੇ ਮੁੱਖ ਦੇ ਉੱਤੇ ਸਹਿੰਦੇ ਆ। ਭਾਵ ਬਲੀ ਸੂਰਮੇ ਹਨ, ਉਹ ਵੀ ਆਪਣੇ ਆਪ ਹੀ ਮੈਦਾਨੇ ਜੰਗ ਦੇ ਵਿੱਚ ਕੁੱਦ ਪੈਂਦੇ ਆ ਤੇਰਾ ਨਾਮ ਲੈ ਕੇ, ਤੈਨੂੰ ਯਾਦ ਕਰਕੇ। ਅਸੰਖ ਸੂਰ ਮੋਹ ਭਖ ਸਾਰ। ਤੇ ਆਪਣੇ ਮੂੰਹ ਦੇ ਉੱਤੇ ਜਿਹੜਾ ਆ ਸ਼ਸਤਰਾਂ ਦੇ ਵਾਰ ਸਹਿੰਦੇ ਆ, ਪਿੱਠ ਨਹੀਂ ਵਿਖਾਉਂਦੇ, ਐਸੇ ਵੀ ਸੂਰਮੇ ਬੇਅੰਤ ਹਨ। ਅਸੰਖ ਮੋਣ ਲਿਵ ਲਾਏ ਤਾਰ। ਤੇ ਅਸੰਖਾਂ ਹੀ ਅਨੇਕਾਂ ਹੀ ਉਹ ਮੋਨੀ ਹਨ ਜਿਹੜੇ ਇੱਕ ਰਸ ਬਿਰਤੀ ਜੋੜ ਵਿੱਚ ਲੀਨ ਹੋਏ ਪਏ ਆ, ਜਿਨ੍ਹਾਂ ਨੂੰ ਕੋਈ ਖਾਣ ਦੀ ਸੁੱਧ ਨਹੀਂ, ਕੁਝ ਪੀਣ ਦੀ ਸੁੱਧ ਨਹੀਂ, ਜਿਹੜੇ ਪੌਣ ਆਹਾਰੀ ਹਨ। ਮੌਨ ਧਾਰਨ ਕਰਕੇ ਚੁੱਪ ਰਹਿ ਕੇ ਲਿਵ ਲਾਏ ਤਾਰ, ਇੱਕ ਰਸ ਬਿਰਤੀ ਜੋੜ ਕੇ ਤੈਨੂੰ ਯਾਦ ਕਰ ਰਹੇ ਆ। ਕੁਦਰਤ ਕਵਣ ਕਹਾ ਵਿਚਾਰ। ਹੇ ਵਾਹਿਗੁਰੂ, ਆਪ ਜੀ ਦੀ ਕੁਦਰਤ ਦਾ ਕੀ ਵਿਚਾਰ ਆਵੇ। ਪਤਾ ਨਹੀਂ ਕਿੰਨੇ ਕੁ ਜਪਣ ਵਾਲੇ ਹਨ, ਕਿੰਨੇ ਕੁ ਪਿਆਰ ਕਰਨ ਵਾਲੇ ਹਨ, ਕਿੰਨੇ ਕੁ ਪੂਜਾ ਕਰਨ ਵਾਲੇ ਹਨ, ਕਿੰਨੇ ਕੁ ਤਪ ਕਰਨ ਵਾਲੇ ਹਨ। ਇਹ ਮੈਨੂੰ ਵਿਚਾਰ ਨਹੀਂ ਆਉਂਦੀ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਵਾਹਿਗੁਰੂ ਮੈਂ ਇੱਕ ਵਾਰੀ ਨਹੀਂ ਤੇਰੇ ਤੋਂ ਵਾਰਿਆ ਜਾਂਦਾ। ਜੋ ਤੁਧ ਭਾਵੇ ਸਾਈ ਭਲੀ ਕਾਰ। ਜੋ ਤੈਨੂੰ ਭਾਉਂਦਾ ਹੈ ਉਹੀ ਇਸ ਸੰਸਾਰ ਦੇ ਭਲਾ ਕਾਰਜ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਕਿਉਂਕਿ ਤੂੰ ਇਸ ਸੰਸਾਰ ਦੇ ਉੱਤੇ ਸਦਾ ਸਲਾਮਤ ਹੈ। ਸੋ ਸਾਧ ਸੰਗਤ, ਇੱਥੇ ਇਸ ਪੌੜੀ ਦੇ ਅੰਦਰ ਜਪਣ ਦੀ ਗੱਲ, ਪਿਆਰ ਕਰਨ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ ਕਿ ਉਹਨੂੰ ਬੇਅੰਤੀ ਜੀਵ ਜਪ ਰਹੇ ਆ, ਵੇਦਾਂ ਪਾਠਾਂ ਦਾ ਮੰਨਣ ਕਰ ਰਹੇ ਆ, ਬੇਅੰਤ ਕਾਰਜ ਕਰ ਰਹੇ ਆ। ਸੋ ਇਸ ਤਰ੍ਹਾਂ ਇਹ ਜਿਹੜੀ ਪਾਵਨ ਪੌੜੀ 17ਵੀਂ ਆਪਾਂ ਇੱਥੇ ਸੰਪੂਰਨ ਕਰਦੇ ਆ। ਤੇ ਕੱਲ ਨੂੰ ਆਪਾਂ ਜੋ ਹੈ ਉਹ ਆਪਾਂ 18ਵੀਂ ਪੌੜੀ ਦੀ ਜਿਹੜੀ ਆਰੰਭਤਾ ਕਰਨੀ ਹੈ। ਇਹ ਸਤਿਗੁਰਾਂ ਦੀ ਬੜੀ ਵੱਡੀ ਦਾਤ ਹੈ ਕਿ ਆਪਾਂ ਨੂੰ ਇਹ ਜੋ ਅੱਜ ਕੱਲ੍ਹ ਦੀ ਟੈਕਨੋਲੋਜੀ ਦੇ ਅਨੁਸਾਰ ਇਹ ਸਪੈਸ਼ਲ ਤੌਰ ਦੇ ਉੱਤੇ ਜੋ ਇਹ ਗੁਰਬਾਣੀ ਦੀਆਂ ਕਲਾਸਾਂ ਦੀ ਪ੍ਰਾਪਤੀ ਹੋ ਰਹੀ ਹੈ। ਨਹੀਂ ਤੇ ਆਪਾਂ ਸਪੈਸ਼ਲ ਸਮਾਂ ਕੱਢ ਕੇ ਘਰ ਦੇ ਵਿੱਚੋਂ ਆਉਣਾ ਆਪਣੇ ਲਈ ਬੜਾ ਔਖਾ ਹੋ ਜਾਂਦਾ ਹੈ। ਤੇ ਇਸ ਕਰਕੇ ਦੇਖੋ ਕਿੰਨੀ ਵੱਡੀ ਸਤਿਗੁਰਾਂ ਨੇ ਆਪਾਂ ਨੂੰ ਇਹ ਬਖਸ਼ਿਸ਼ ਕੀਤੀ ਹੈ। ਤੇ ਆਪਾਂ ਜਿੱਥੇ ਲਾਹਾ ਲੈਂਦੇ ਹਾਂ ਉੱਥੇ ਨਾਲ ਹੀ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਪਰਿਵਾਰਾਂ ਨੂੰ ਵੀ ਇਹਦੇ ਨਾਲ ਜੋੜਿਆ ਕਰੋ, ਕਿਉਂਕਿ ਗੁਰਬਾਣੀ ਦੀ ਸੰਥਿਆ ਕਰਨ ਦੇ ਨਾਲ, ਗੁਰਬਾਣੀ ਦੀ ਵਿਚਾਰ ਸੁਣਨ ਦੇ ਨਾਲ ਮਨ ਦੇ ਵਿੱਚ ਪਿਆਰ ਪੈਦਾ ਹੁੰਦਾ ਹੈ, ਗੁਰੂ ਪ੍ਰਤੀ ਪਿਆਰ ਪੈਦਾ ਹੁੰਦਾ ਹੈ।
ਤੇ ਸੰਸਾਰ ਦੇ ਕਾਰ ਵਿਹਾਰ ਤੇ ਅਸੀਂ ਕਰਨੇ ਹੀ ਆ, ਤੇ ਨਾਲ ਜਦੋਂ ਆਪਾਂ ਗੁਰੂ ਨੂੰ ਯਾਦ ਕਰ ਲ ਪੈਨੇ ਆ ਤੇ ਸਾਡੇ ਸਾਰੇ ਕਾਰਜ ਜਿਹੜੇ ਸੰਸਾਰੀ ਆ ਤੇ ਸਾਰੇ ਕਾਰਜ ਜਿਹੜੇ ਆ ਅਧਿਆਤਮਿਕ ਤੌਰ ਤੇ ਵੀ ਅਸੀਂ ਬਲਵਾਨ ਹੁੰਨੇ ਆ। ਇਸ ਕਰਕੇ ਇਹ ਸਾਨੂੰ ਗੁਰਬਾਣੀ ਦੀ ਸੰਥਿਆ ਜਿਹੜੀ ਹੈ ਬੜੀ ਜ਼ਰੂਰੀ ਹੈ। ਆਪ ਵੀ ਜੁੜਿਆ ਕਰੋ, ਆਪਣੇ ਪਰਿਵਾਰਾਂ ਨੂੰ ਵੀ ਜੋੜਿਆ ਕਰੋ। ਸੋ ਹੁਣ ਆਪ ਜੀ ਨੂੰ ਇੱਕ ਬੇਨਤੀ ਆ ਕਿ ਆਪ ਜੀ ਹੁਣ ਕੋਈ ਸਵਾਲ ਹੋਵੇ ਕਿਸੇ ਦੇ ਬਾਰੇ ਤੇ ਆਪ ਜੀ ਜਿਹੜਾ ਹੈ ਉਹ ਕਰ ਸਕਦੇ ਹੋ। ਹਾਂਜੀ ਵਾਹਿਗੁਰੂ। ਜੇ ਕਿਸੇ ਦਾ ਆਵਾਜ਼ ਕਰਿਓ ਜੀ ਥੋੜੀ। ਇਹ ਗੱਲ ਬੜੀ ਵੱਡੀ ਹੈ ਕਿ ਜਦੋਂ ਮੁਸਲਮਾਨ ਵੀਰ ਨਵਾਜ਼ ਅਦਾ ਕਰਦੇ ਹੁੰਦੇ ਆ ਨਾ, ਉਹ ਆਪਣੇ ਲਾਗੇ ਦੇ ਮੁਸਲਮਾਨਾਂ ਨੂੰ ਆਵਾਜ਼ ਮਾਰਦੇ ਆ ਕਿ ਭਾਈ ਆ ਜਾਓ, ਨਵਾਜ਼ ਦਾ ਸਮਾਂ ਹੋ ਗਿਆ। ਤੇ ਅਸੀਂ ਗੁਰੂ ਦੇ ਸਿੱਖ ਹਾਂ, ਸਾਨੂੰ ਤੇ ਗੁਰੂ ਨੇ ਵਡਿਆਈਆਂ ਬੜੀਆਂ ਦਿੱਤੀਆਂ। ਇਸ ਕਰਕੇ ਸਾਡਾ ਵੀ ਇਹ ਫਰਜ਼ ਬਣਦਾ ਆਪਣੇ ਵੀਰਾਂ ਭਰਾਵਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਇਹ ਗੱਲ ਕਿਹਾ ਕਰੀਏ ਕਿ ਆਓ ਆਪਾਂ ਗੁਰਬਾਣੀ ਦੀ ਸੰਥਿਆ ਕਰੀਏ, ਗੁਰਬਾਣੀ ਨਾਲ ਜੁੜੀਏ, ਜੋ ਸਾਡੇ ਜੀਵਨ ਦਾ ਇੱਕ ਬੜਾ ਵੱਡਾ ਕਾਰਜ ਹੈ। ਦੇਖੋ ਵਟਸਐਪ ਫੇਸਬੁੱਕ ਦੇ ਉੱਤੇ ਅਸੀਂ ਸਾਰਾ ਸਮਾਂ ਜਿਹੜਾ ਬਰਬਾਦ ਕਰਦੇ ਇੱਕ ਹਿਸਾਬ ਦਾ, ਪਰ ਉਸ ਸਮੇਂ ਨੂੰ ਜੇ ਅਸੀਂ ਇਸ ਚੰਗੇ ਤਰੀਕੇ ਦੇ ਨਾਲ ਵਰਤਣਾ ਸ਼ੁਰੂ ਕਰ ਦਈਏ ਤੇ ਸਾਡਾ ਵੀ ਭਲਾ ਹੈ ਤੇ ਸਾਡੇ ਸਮੁੱਚੇ ਪਰਿਵਾਰ ਦਾ ਤੇ ਸਾਰੇ ਸੰਸਾਰ ਦਾ ਜਿਹੜਾ ਉਹ ਭਲਾ ਹੈ। ਸੋ ਹੁਣ ਆਪ ਜੀ ਸਵਾਲ ਪੁੱਛ ਸਕਦੇ, ਆਪਣਾ ਮਾਈਕ ਆਪ ਜੀ ਅਨਮਿਊਟ ਕਰਕੇ। ਵਾਹਿਗੁਰੂ। ਹਾਂਜੀ ਠੀਕ ਹੈ ਜੀ, ਕੋਈ ਸਵਾਲ ਨਹੀਂ ਹੈ। ਜੇ ਹੁੰਦਾ ਤੇ ਪੁੱਛ ਲਿਆ ਕਰੋ, ਕਿਉਂਕਿ ਗੁਰਬਾਣੀ ਦੀ ਜਿਹੜੀ ਸੰਥਿਆ ਹੈ ਇਹਦੇ ਵਿੱਚ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਹੁੰਦੇ ਆ। ਕੋਈ ਬਿੰਦੀਆਂ ਲਾ ਕੇ ਜ਼ਿਆਦੀਆਂ ਕਰਾਉਂਦਾ ਹੈ, ਕੋਈ ਬਿਨਾਂ ਬਿੰਦੀਆਂ ਤੋਂ ਕਰਾਉਂਦਾ ਹੈ, ਪਰ ਜਿੰਨੀ ਕੁ ਸਮੱਤ ਸਤਿਗੁਰਾਂ ਨੇ ਬਖਸ਼ੀ ਹੈ ਅਸੀਂ ਉਸ ਤਰੀਕੇ ਦੇ ਨਾਲ ਜਿਸ ਜਗ੍ਹਾ ਦੇ ਉੱਤੇ ਬਿੰਦੀ ਲਾ ਕੇ ਆਪ ਜੀ ਨੂੰ ਸੰਥਿਆ ਕਰਵਾ ਰਹੇ ਹਾਂ। ਇਸ ਕਰਕੇ ਮਨ 'ਚ ਕੋਈ ਸ਼ੰਕਾ ਨਹੀਂ ਕਰਨੀ। ਜੇ ਆਪ ਜੀ ਨੇ ਬਿੰਦੀ ਲਾ ਕੇ ਪਾਠ ਜਿਹੜਾ ਸਰਵਣ ਕੀਤਾ ਹੈ ਜਾਂ ਕਰਨਾ ਹੈ, ਉਸ ਤਰੀਕੇ ਦੇ ਨਾਲ ਆਪ ਜੀ ਉਹ ਵਰਤ ਸਕਦੇ ਹੋ। ਮੈਂ ਤਾਂ ਗੱਲ ਕੀਤੀ। ਹਾਂਜੀ ਗੁਰਪ੍ਰਤਾਪ ਸਿੰਘ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮੇਰਾ ਜਿਹੜਾ ਕੁਐਸਚਨ ਹੀ ਇਹ ਐਕਚੁਅਲੀ ਜੋ ਆਪਾਂ ਸਵੇਰੇ ਆਪਣਾ ਸੈਸ਼ਨ ਹੋਇਆ, ਇਹ ਥੋੜਾ ਮੈਂ ਉਦੋਂ ਮੇਰੇ ਮਨ 'ਚ ਸਵਾਲ ਆਉਂਦਾ ਸੀ ਪਰ ਮੈਂ ਉਸ ਸਮੇਂ ਪੁੱਛ ਨਹੀਂ ਪਾਇਆ। ਸਵਾਲ ਰਿਲੇਟਡ ਹੀ ਕਿ ਆਪਾਂ ਕੀਰਤਨ, ਜਿੱਦਾਂ ਮੈਂ ਵੀ ਸਿੱਖ ਰਿਹਾ, ਕੀਰਤਨ ਸਿੱਖ ਰਿਹਾ ਹਾਂ, ਤੇ ਕੀਰਤਨ ਦੇ ਉੱਤੇ ਆਪਾਂ ਉਹਦੀ ਮਰਿਆਦਾ ਪੜ੍ਹਨ ਰਹੇ ਕਿ ਜੋ ਵੀ ਬਾਣੀ ਲਿਖੀ ਆ ਉਹਦੇ ਵਿੱਚੋਂ ਹੀ, ਜਾਂ ਫਿਰ ਜੋ ਵੀ ਆਪਣੇ ਸਵਈਏ ਆ ਉਹਨਾਂ ਦਾ ਕੀਰਤਨ ਹੋਣਾ ਚਾਹੀਦਾ। ਹਾਂਜੀ। ਪਰ ਆਪਣੇ ਕਾਫੀ ਸਾਰੇ, ਜਿੱਦਾਂ ਹੁਣ ਆਪਾਂ ਭਾਈ ਮਨਿੰਦਰ ਸਿੰਘ ਜੀ ਦੇਖ ਲਈਏ ਜੋ ਸ਼੍ਰੀਨਗਰ ਵਾਲੇ ਨੇ, ਤੇ ਕਾਫੀ ਜਿੱਦਾਂ ਹੁਣ ਛੋਟੇ ਸਾਹਿਬਜ਼ਾਦੇ ਹੋ ਗਏ, ਉਹਨਾਂ ਦਾ ਗੁਰਬਾਣੀ 'ਚ ਕਿਤੇ ਕੋਈ ਜ਼ਿਕਰ ਨਹੀਂ ਹੈਗਾ, ਜਾਂ ਫਿਰ ਬੰਦਾ ਸਿੰਘ ਬਹਾਦਰ ਜੀ ਉਹਨਾਂ ਦਾ ਕਦੀ ਗੁਰਬਾਣੀ 'ਚ ਜ਼ਿਕਰ ਨਹੀਂ ਹੈਗਾ। ਹੋਰ ਵੀ ਮਾਤਾ ਗੁਜਰੀ ਜੀ ਆ, ਉਹਨਾਂ ਦਾ ਹੈਗਾ ਨਹੀਂ। ਪਰ ਕਾਫੀ ਜ਼ਿਆਦਾ ਧਾਰਮਿਕ ਗੀਤ ਆ ਜਿਹੜੇ ਜਿਨ੍ਹਾਂ ਨੂੰ ਮਤਲਬ ਉਨੀ ਹੀ ਸ਼ਰਧਾ ਨਾਲ ਸੁਣਿਆ ਜਾਂਦਾ ਵਾ, ਹਾਲਾਂਕਿ ਉਹ ਗੁਰਬਾਣੀ 'ਚ ਨਹੀਂ ਆ, ਪਰ ਕਾਫੀ ਸਾਰੇ ਇਸ ਤਰ੍ਹਾਂ ਦੇ ਧਾਰਮਿਕ ਗੀਤ ਹੈਗੇ ਆ ਜਿਹੜੇ ਆਪਣੇ ਕਈ ਰਾਗੀ ਸਿੰਘਾਂ ਨੇ ਵੀ ਕਈ ਗਾਇਨ ਕੀਤੇ ਆ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਨਾਲ ਸੁਣਦੇ ਆ। ਤੇ ਮੇਰਾ ਕੁਐਸਚਨ ਇਹ ਆ ਕਿ ਉਹਨਾਂ ਨੂੰ ਗਾਇਨ ਆਪਾਂ ਜੇ ਇਸ ਤਰ੍ਹਾਂ ਕਹੀਏ ਕਿ ਉਹ ਗਾਇਨ ਕਰਨਾ ਹੀ ਨਹੀਂ ਚਾਹੀਦਾ, ਇਹ ਕੀ ਮਤਲਬ ਠੀਕ ਹੈ? ਮਤਲਬ ਇੱਕ ਉਹ ਵੀ ਸ਼ਰਧਾ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ, ਜਿੱਦਾਂ ਛੋਟੇ ਸਾਹਿਬਜ਼ਾਦੇ ਜਿੰਨੇ ਵੀ ਧਾਰਮਿਕ ਗੀਤ ਹੈ ਉਹ ਇੰਨੇ ਪਿਆਰੇ ਆ ਕਿ ਮਤਲਬ ਅੱਖਾਂ 'ਚੋਂ ਅੱਥਰੂ ਆ ਜਾਂਦੇ ਆ। ਤੇ ਮੇਰੇ ਕੁਐਸਚਨ ਉਦੋਂ ਮੇਰੇ ਮਾਈਂਡ 'ਚ ਆਇਆ ਹੈ ਕਿ ਮਤਲਬ ਮੈਨੂੰ ਪੁੱਛਣਾ ਚਾਹੀਦਾ ਹੈ ਕਿ ਕਿਉਂਕਿ ਮੈਂ ਜੇ ਕੀਰਤਨ ਸਿੱਖਦਾ, ਮੈਂ ਵੀ ਕਈ ਤਰ੍ਹਾਂ ਧਾਰਮਿਕ ਗੀਤ ਆ ਜਿਹੜੇ ਮੈਂ ਸਿੱਖਦਾ, ਆਨਲਾਈਨ ਦੇਖ ਲਈਦੇ ਆ, ਸੁਣ ਲਈਦੇ ਜਿੱਦਾਂ ਵੀ। ਇਹ ਕੁਐਸਚਨ ਹੀ ਮੇਰਾ ਜੀ। ਹਾਂਜੀ ਵੀਰ ਜੀ, ਮੈਂ ਨਾ ਉਦੋਂ ਹੀ ਇੱਕ ਗੱਲ ਕਹੀ ਸੀ ਕਿ ਇਹਦੇ ਵਿੱਚ ਗਲਤੀ ਗਾਉਣ ਵਾਲਿਆਂ ਦੀ ਨਹੀਂ ਆ, ਇਹਦੇ ਵਿੱਚ ਸਾਡੀ ਗਲਤੀ ਹੈ, ਕਿਉਂਕਿ ਅਸੀਂ ਜਿਹੜਾ ਸੁਣਨਾ ਹੀ ਇਹਨਾਂ ਚੀਜ਼ਾਂ ਨੂੰ ਸ਼ੁਰੂ ਕਰ ਦਿੱਤਾ। ਅਸੀਂ ਸ਼ੁਰੂ ਤੋਂ ਕਿਉਂਕਿ ਰਾਗ ਚੱਲਦੇ ਸਨ, ਤੇ ਜੇ ਸਾਡੇ ਮਨ ਵਿੱਚ ਹੁੰਦੀ ਹੈ ਅਸੀਂ ਉਹਨਾਂ ਰਾਗਾਂ ਨੂੰ ਸੁਣਦੇ ਤੇ ਸਾਡਾ ਉਹ ਟੇਸਟ ਜਿਹੜਾ ਆ ਉਹੀ ਰਹਿੰਦਾ। ਹੁਣ ਅਸਲ 'ਚ ਸਾਡਾ ਟੇਸਟ ਜਿਹੜਾ ਇਹਨਾਂ ਵੱਲ ਆ ਗਿਆ, ਤੇ ਇਸ ਕਰਕੇ ਅਸੀਂ ਕੀ ਕਰਦੇ ਹਾਂ ਕਿ ਉਹਨਾਂ ਵਾਰਾਂ ਨੂੰ, ਜੋ ਸ਼ਬਦ ਧਾਰਮਿਕ ਗੀਤ ਹਨ, ਉਹਨਾਂ ਨੂੰ ਅਸੀਂ ਸੁਣ ਕੇ ਤੇ ਉਹਨਾਂ ਨੂੰ ਹੀ ਫਿਰ ਉਹਦੇ ਅਨੁਸਾਰ ਜਿਹੜਾ ਆ ਆਪਣੇ ਮਨ ਵਿੱਚ ਸਮਝਦੇ ਕਿ ਅਸੀਂ ਬੜਾ ਹੀ ਮਤਲਬ ਪਿਆਰ ਦੇ ਵਿੱਚ ਭਿੱਜੇ ਹਾਂ। ਠੀਕ ਹੈ, ਜੇ ਤੁਸੀਂ ਉਹ ਗਾਉਣੇ ਹਨ, ਉਹਨਾਂ ਨੂੰ ਕਿਸੇ ਅਲੱਗ ਤੌਰ ਦੇ ਉੱਤੇ ਤੁਸੀਂ ਜਿਹੜਾ ਆ ਉਹਨਾਂ ਨੂੰ ਗਾ ਸਕਦੇ ਹੋ,
ਠੀਕ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜਾ ਕੀਰਤਨ ਉਹਦਾ ਨਾਂ ਕੀਤਾ ਜਾਵੇ। ਹਾਂ, ਤੁਸੀਂ ਭਾਈ ਮਨਿੰਦਰ ਸਿੰਘ ਜੀ ਦੀ ਗੱਲ ਕੀਤੀ ਹੈ, ਸ਼੍ਰੀਨਗਰ ਵਾਲੇ, ਹਾਂਜੀ ਹਾਂ ਸ਼੍ਰੀਨਗਰ ਵਾਲੇ। ਸ਼੍ਰੀਨਗਰ ਵਾਲਿਆਂ ਦੀ ਗੱਲ ਕੀਤੀ ਹੈ, ਉਹਨਾਂ ਨੇ ਵੀ ਇਹੀ ਗਾਇਆ ਸੀ। ਪਰ ਇਹ ਸਾਨੂੰ ਜਿਹੜੀ ਹੈ ਨਾ ਸਿੱਖ ਰਹਿਤ ਮਰਿਆਦਾ ਨੂੰ ਜਿਹੜਾ ਸਾਹਮਣੇ ਰੱਖ ਕੇ ਚੱਲਣਾ ਚਾਹੀਦਾ, ਭਾਵੇਂ ਉਹ ਰਾਗੀ ਹੈ ਤੇ ਭਾਵੇਂ ਉਹ ਕਿੱਡਾ ਵੀ ਉੱਚਾ ਕੀਰਤਨੀਆ ਆ। ਪਰ ਜਦੋਂ ਅਸੀਂ ਵੇਖਦੇ ਹਾਂ ਕਿ ਸੰਗਤ ਕੀ ਕਹਿੰਦੀ ਆ, ਤੇ ਫਿਰ ਰਾਗੀ ਸਿੰਘ ਨੂੰ ਝੁਕਣਾ ਪੈਂਦਾ। ਉਹ ਕਹਿੰਦਾ ਚੱਲ ਜੇ ਸੰਗਤ ਕਹਿੰਦੀ ਹੈ ਤੇ ਫਿਰ ਉਹ ਗੀਤ ਗਾਇਨ ਕਰਦਾ ਵਾ। ਪਰ ਵੱਖਰੇ ਤੌਰ ਤੇ ਮੈਂ ਚਾਹੁੰਦਾ ਵੀ ਜੇ ਉਹਨੇ ਕੋਈ ਕੈਸਟ ਕਢਾਉਣੀ ਆ ਕੋਈ ਧਾਰਮਿਕ ਗੀਤਾਂ ਦੀ, ਉਹ ਆਪਣੀ ਵੱਖਰੀ ਕਢਾ ਦੇਵੇ, ਜਾਂ ਕਿਸੇ ਖਾਸ ਜਗ੍ਹਾ ਦੇ ਉੱਤੇ ਪੰਥ ਇਕੱਠਾ ਹੋਇਆ, ਕੋਈ ਸੰਗਤ ਇਕੱਠੀ ਹੋਈ ਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਹੈ, ਉਸ ਜਗ੍ਹਾ ਦੇ ਉੱਤੇ ਉਹਨਾਂ ਵਾਰਾਂ ਨੂੰ, ਉਹਨਾਂ ਧਾਰਮਿਕ ਗੀਤਾਂ ਨੂੰ ਗਾ ਲਿਆ ਜਾਵੇ। ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਾਨੂੰ ਜਿਹੜਾ ਹੈ ਨਾ, ਮੈਂ ਇਸ ਗੱਲ ਦੇ ਉੱਤੇ ਆਪ ਜੀ ਨਾਲ ਸਹਿਮਤ ਹਾਂ ਕਿ ਇਹ ਜਿਹੜੀ ਚੀਜ਼ ਬਦਲਣ ਵਾਲੀ ਅਜੇ ਨਹੀਂ ਆ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਮੱਤ ਆਵੇਗੀ, ਅਸੀਂ ਰਾਗਾਂ ਨੂੰ ਸੁਣਨ ਦੀ ਜਿਹੜੀ ਹੈ ਆਪਣੀ ਬੁੱਧੀ ਨੂੰ, ਰਾਗਾਂ ਨੂੰ ਸੁਣਨ ਦੇ ਵਿੱਚ ਪਰਪੱਕ ਕਰਾਂਗੇ ਕਿ ਹਾਂ ਭਾਈ ਰਾਗ ਗੁਰੂ ਦੀ ਦੇਣ ਆ, ਤੇ ਇਸ ਕਰਕੇ ਸਾਨੂੰ ਰਾਗ ਸੁਣਨੇ ਚਾਹੀਦੇ ਆ। ਜਦੋਂ ਅਸੀਂ ਰਾਗ ਸੁਣਨ ਲੱਗ ਪਏ ਤੇ ਫਿਰ ਰਾਗੀਆਂ ਨੇ ਵੀ ਉਹੀ ਕੀਰਤਨ ਕਰਨਾ ਸ਼ੁਰੂ ਕਰ ਦੇਣਾ, ਉਹਨਾਂ ਨੇ ਵੀ ਰਾਗ ਗਾਉਣੇ ਸ਼ੁਰੂ ਕਰ ਦੇਣੇ। ਤੇ ਸਮਾਂ ਆਏਗਾ ਜਦੋਂ ਸਾਡੇ ਵੱਡੇ ਵੱਡੇ ਰਾਗੀਆਂ ਨੂੰ ਇਹ ਗੱਲ ਪਤਾ ਲੱਗੇਗੀ ਕਿ ਭਾਈ ਰਾਗ ਗਾਉਣੇ ਜ਼ਰੂਰੀ ਆ, ਤੇ ਫਿਰ ਰਾਗਾਂ ਨੂੰ ਸੰਭਾਲਿਆ ਜਾ ਸਕਦਾ। ਮੈਂ ਇਸ ਕਰਕੇ ਸਿੱਖ ਰਹਿਤ ਮਰਿਆਦਾ ਜਦੋਂ ਆਪਾਂ ਪੜ੍ਹੀ ਸੀ, ਇਹ ਗੱਲ ਕਹੀ ਸੀ ਕਿ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਆ ਕਿ ਜੇ ਗੁਰੂ ਸਾਹਿਬ ਨੇ ਰਾਗਾਂ ਦੇ ਵਿੱਚ ਗੁਰਬਾਣੀ ਨੂੰ ਉਚਾਰਨ ਕੀਤਾ ਹੈ, ਤੇ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਰਾਗਾਂ ਦੇ ਵਿੱਚ ਹੀ ਉਸ ਬਾਣੀ ਨੂੰ ਪੜ੍ਹੀਏ। ਤੇ ਪਰ ਸਮਾਂ ਐਸਾ ਹੈ, ਜੋ ਸੰਗਤ ਕਹਿੰਦੀ ਆ ਉਹੀ ਰਾਗੀਆਂ ਨੂੰ ਜਿਹੜਾ ਆ ਉਹ ਗਾਉਣਾ ਪੈਂਦਾ। ਕਿਉਂਕਿ ਸਾਡਾ ਟੇਸਟ ਇਹ ਹੋ ਗਿਆ ਕਿ ਅਸੀਂ ਜੋ ਟਿਊਨਾਂ ਸੁਣਨ ਦੀ ਸਾਡੀ ਆਦਤ ਬਣ ਗਈ ਆ। ਸੋ ਇਹ ਗੱਲ ਆ ਵੀਰ ਜੀ, ਆਪ ਜੀ ਸਮਾਂ ਆਏਗਾ ਤੇ ਜ਼ਰੂਰ ਸਾਡੇ ਰਾਗੀ, ਕੁਝ ਰਾਗੀ ਐਸੇ ਹਨ ਜਿਹੜੇ ਨਿਰੋਲ ਰਾਗਾਂ ਦੇ ਵਿੱਚ ਹੀ ਕੀਰਤਨ ਕਰਦੇ ਆ, ਭਾਵੇਂ ਉਹ ਕਿਤੇ ਜਾਣ, ਪਰ ਉਹਨਾਂ ਨੂੰ ਅਸੀਂ ਪ੍ਰਮੋਟ ਨਹੀਂ ਕਰ ਰਹੇ। ਪ੍ਰਮੋਟ ਕਰਾਂਗੇ ਤੇ ਫਿਰ ਗੱਲ ਬਣ ਸਕਦੀ। ਹਾਂਜੀ ਹਾਂਜੀ, ਭਾਈ ਦਿਲਬਾਗ ਸਿੰਘ ਜੀ, ਬਲਵੀਰ ਸਿੰਘ ਜੀ, ਠੀਕ ਹੈ ਜੀ। ਚਲੋ ਜੀ, ਫਤਿਹ ਬੁਲਾਉਨੇ ਆ ਫਿਰ। ਹਾਂ, ਆਪ ਜੀ ਨੇ ਜਦੋਂ ਸਵਾਲ ਕਰਨਾ ਹੁੰਦਾ ਹੈ, ਆਪਣੀ ਵੀਡੀਓ ਤੇ ਆਪਣਾ ਮਾਈਕ ਜਿਹੜਾ ਨਾ ਉਹ ਦੋਵੇਂ ਔਨ ਕਰ ਲਿਆ ਕਰੋ। ਸੋ ਇੱਕ ਦਿਨ ਆਪਾਂ ਵਿਸ਼ੇਸ਼ ਤੌਰ ਤੇ ਕੀਰਤਨ ਦੇ ਉੱਤੇ ਇੱਕ ਕਲਾਸ ਰੱਖ ਲੈਂਦੇ ਆ, ਜਿਹਦੇ ਵਿੱਚ ਆਪਾਂ ਗੁਰਬਾਣੀ ਦੀਆਂ ਧੁਨੀਆਂ ਕੀ ਹੈ, ਗੁਰਬਾਣੀ ਗਾਇਨ ਕਿਵੇਂ ਕੀਤੀ ਹੈ, ਪੜਤਾਲਾਂ ਬਾਰੇ ਜਾਣਕਾਰੀ, ਘਰਾਂ ਬਾਰੇ ਜਾਣਕਾਰੀ, ਜਿਹੜੇ ਘਰ ਆਉਂਦੇ ਗੁਰਬਾਣੀ ਵਿੱਚ ਉਹਨਾਂ ਬਾਰੇ ਜਾਣਕਾਰੀ, ਰਹਾਉ ਦਾ ਕੀ ਮੰਤਰ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਇੱਕ ਵਿਸ਼ੇਸ਼ ਸੈਸ਼ਨ ਰੱਖਾਂਗੇ, ਜਿਹਦੇ ਵਿੱਚ ਸਿਰਫ ਨਿਰੋਲ ਕੀਰਤਨ ਦੀ ਗੱਲ ਹੋਏਗੀ, ਰਾਗਾਂ ਦੀ ਗੱਲ ਹੋਏਗੀ। ਠੀਕ ਹੈ ਜੀ, ਠੀਕ ਹੈ ਜੀ, ਫਿਰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।